ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਤੇ। ਦੋਸਤੋ ਅੱਜ ਆਪਾਂ ਸਟੈਟਿਕ ਜੀਕੇ ਸੰਡੇ ਐਕਸਪ੍ਰੈਸ ਦੇ ਟੌਪ 1000 ਪਲੱਸ MCQ ਦੀ ਜਿਹਦੀ ਕਿ ਇੰਟਰੋਡਕਸ਼ਨ ਵੀਡੀਓ ਆਪਾਂ ਅਪਲੋਡ ਕੀਤੀ ਸੀ ਆਪਣੇ ਚੈਨਲ ਤੇ ਉਹਦੀ ਅੱਜ ਆਪਾਂ ਕਲਾਸ 1 ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਪਹਿਲਾ ਟੌਪਿਕ ਜਿਹਦੇ ਵਿੱਚ ਕਿ ਫਸਟ ਇਨ ਇੰਡੀਆ ਦੇ ਟੌਪਿਕ ਦੇ ਆਪਾਂ ਇੰਪੋਰਟੈਂਟ ਸਟੈਟਿਕ ਜੀਕੇ ਦੇ ਕੁਐਸਚਨਸ ਕਰਾਂਗੇ। मैं ਤੁਹਾਨੂੰ ਪਹਿਲਾਂ ਇੰਟਰੋਡਕਸ਼ਨ ਵੀਡੀਓ ਦੇਖਣ ਲਈ ਦੀ ਸੁਜੈਸ਼ਨ ਦੇਵਾਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਇੰਟਰੋਡਕਸ਼ਨ ਵੀਡੀਓ ਜ਼ਰੂਰ ਦੇਖ ਲਓ ਇਹਦੀ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਸੀਰੀਜ਼ ਦੇ ਵਿੱਚ ਆਪਾਂ ਕੀ ਕਰਨ ਜਾ ਰਹੇ ਹਾਂ। ਸੋ ਇਹਦੇ ਵਿੱਚ ਆਪਾਂ ਅਲੱਗ-ਅਲੱਗ ਟੌਪਿਕ ਦੇ ਜਿਹੜੇ ਹੋਣਗੇ ਆਪਣੇ ਇੰਪੋਰਟੈਂਟ MCQ ਜਿਹੜੇ ਕਿ ਪੇਪਰ ਦੇ ਵਿੱਚ ਜ਼ਿਆਦਾਤਰ ਸਟੈਟਿਕ ਜੀਕੇ ਦੇ ਵਿੱਚ ਪੁੱਛੇ ਜਾਂਦੇ ਨੇ। ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਖ ਲਓ, ਖਾਸ ਕਰ PSSB ਦੇ ਪੇਪਰਾਂ ਦੇ ਵਿੱਚ ਵੀ ਸਟੈਟਿਕ ਜੀਕੇ ਬਹੁਤ ਵਧੀਆ ਲੈਵਲ ਦੀ ਹੁਣ ਪੁੱਛੀ ਜਾਂਦੀ ਆ। ਸੋ ਆਪਾਂ ਨੂੰ ਕੀ ਕਰਨਾ ਪੈਣਾ ਵਾ, ਆਪਾਂ ਨੂੰ ਇਸ ਤਰ੍ਹਾਂ ਨਹੀਂ ਕਿ ਆਪਾਂ ਅੱਜ ਇੱਕ ਚੀਜ਼ ਪੜ੍ਹ ਲਈ ਤੇ ਉਹਦੇ ਨਾਲ ਆਪਣਾ ਪੇਪਰ ਦੇ ਵਿੱਚ ਵਧੀਆ ਹੋ ਜਾਏਗਾ ਕਲੀਅਰ। ਸੋ ਆਪਾਂ ਨੂੰ ਕੀ ਕਰਨਾ ਪਏਗਾ ਕਿ ਜੇਕਰ ਆਪਾਂ ਇੱਕ ਟੌਪਿਕ ਜਾਂ ਇੱਕ ਫੈਕਟ ਆਪਾਂ ਯਾਦ ਕਰਦੇ ਪਏ ਆ ਤਾਂ ਆਪਾਂ ਨੂੰ ਨਾਲ ਦੀ ਨਾਲ ਉਹਦੇ ਨਾਲ ਰਿਲੇਟਡ ਹੋਰ 4-5 ਫੈਕਟ ਵੀ ਯਾਦ ਕਰਨੇ ਪੈਣੇ ਆ, ਤਾਂ ਕਿ ਪੇਪਰ ਦੇ ਵਿੱਚ ਆਪਾਂ ਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਹੋਵੇ। ਸੋ ਅੱਗੇ ਜਿੰਨੇ ਵੀ ਪੇਪਰ ਹੋਣਗੇ 2023-24 ਜਿੰਨੇ ਵੀ ਪੇਪਰ ਹੋਣਗੇ ਸਾਰਿਆਂ ਲਈ ਇਹ ਵਾਲੇ ਜਿਹੜੇ ਕੁਐਸਚਨ ਹੋਣਗੇ ਉਹ ਮਹੱਤਵਪੂਰਨ ਹੋਣਗੇ। ਤਾਂ ਇਹ ਸ਼ੁਰੂ ਕਰਦੇ ਹਾਂ ਅੱਜ ਆਪਣਾ ਪਹਿਲਾ ਕੁਐਸਚਨ। ਹਾਂਜੀ, ਪਹਿਲਾ ਕੁਐਸਚਨ ਆ ਰਿਹਾ ਵਾ ਜੀ, ਕਹਿੰਦੇ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਦਾ ਪਹਿਲਾ ਅੰਗਰੇਜ਼ੀ ਭਾਸ਼ਾ ਦਾ ਅਖਬਾਰ ਸੀ? ਬਹੁਤ ਇੰਪੋਰਟੈਂਟ ਕੁਐਸਚਨ ਆ। ਹਿੱਕੀਸ ਬੰਗਾਲ ਗੈਜ਼ਟ, ਮਰਾਠਾ ਦਾ ਮਦਰਾਸ ਕੋਰੀਅਰ ਜਾਂ ਦਾ ਬੰਬੇ ਹਰਲੈਟ। ਸੋ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹਨੂੰ ਸੋਚਣਾ ਵਾ ਕਿ ਕੀ ਤੁਹਾਨੂੰ ਇਹ ਕੁਐਸਚਨ ਆਉਂਦਾ ਵਾ, ਤੇ ਨਾਲੇ ਨਾਲ ਤੁਸੀਂ ਆਪਣਾ ਟਿਕ ਕਰਨਾ ਵਾ, ਆਪਣੇ ਮਾਈਂਡ ਦੇ ਵਿੱਚ ਹੀ ਇਹ ਚੀਜ਼ ਤੁਸੀਂ ਕਰਨੀ ਆ। ਸੋ ਇਹਦਾ ਸਹੀ ਆਨਸਰ ਬਣਦਾ ਜੀ ਹਿੱਕੀਸ ਬੰਗਾਲ ਗੈਜ਼ਟ ਨਾਮ ਦਾ ਜਿਹੜਾ ਨਿਊਜ਼ਪੇਪਰ ਸੀਗਾ ਉਹ ਇੰਡੀਆ ਦੇ ਵਿੱਚ ਫਸਟ ਇੰਗਲਿਸ਼ ਨਿਊਜ਼ਪੇਪਰ ਸੀਗਾ ਭਾਰਤ ਦੇ ਵਿੱਚ। ਠੀਕ ਆ, ਹੁਣ ਆਪਾਂ ਨਾਲ ਐਡੀਸ਼ਨਲ ਫੈਕਟ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਕਿ ਨਾਲ ਆਪਾਂ ਐਡੀਸ਼ਨਲ ਫੈਕਟ ਜ਼ਰੂਰ ਇਹਦੇ ਵਿੱਚ ਕਰਾਂਗੇ, ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਘੁਮਾ ਕੇ ਕੁਐਸਚਨ ਪੁੱਛਿਆ ਜਾਂਦਾ ਵਾ। ਹਾਂ ਜੀ, ਹਿੱਕੀਸ ਜਿਹੜਾ ਬੰਗਾਲ ਗੈਜਟ ਆ ਹੈ ਨਾ, ਜਿਹਨੂੰ ਮੂਲ ਕਲਕੱਤਾ ਜਨਰਲ ਐਡਵਰਟਾਈਜ਼ਰ ਵੀ ਕਿਹਾ ਜਾਂਦਾ ਸੀ, ਅੰਗਰੇਜ਼ੀ ਭਾਸ਼ਾ ਦਾ ਹਫ਼ਤਾਵਾਰ, ਠੀਕ ਆ ਜੀ, ਵੀਕਲੀ ਮਤਲਬ ਅਖਬਾਰ ਸੀਗਾ, ਨਿਊਜ਼ਪੇਪਰ ਇੰਗਲਿਸ਼ ਲੈਂਗੁਏਜ ਦਾ, ਜੋ ਕਿ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਕਲਕੱਤਾ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਸੀ। ਇਹ 1780 ਦੇ ਵਿੱਚ ਏਸ਼ੀਆ ਵਿੱਚ ਛਪਿਆ ਪਹਿਲਾ ਅਖਬਾਰ ਸੀ। ਬਹੁਤ ਇੰਪੋਰਟੈਂਟ ਪੁਆਇੰਟ ਆ। ਹਾਂਜੀ, ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਹਿੰਦੀ ਭਾਸ਼ਾ ਦਾ ਪਹਿਲਾ ਵੀਕਲੀ ਨਿਊਜ਼ਪੇਪਰ ਕਿਹੜਾ ਸੀਗਾ, ਤਾਂ ਹਿੰਦੀ ਭਾਸ਼ਾ ਦਾ ਜਿਹੜਾ ਪਹਿਲਾ ਵੀਕਲੀ ਹਫ਼ਤਾਵਾਰੀ ਅਖਬਾਰ ਸੀਗਾ ਉਹ ਸੀਗਾ ਜੀ ਉਦੰਤ ਮਾਰਤੰਡ। ਠੀਕ ਹੈ ਜੀ, ਉਦੰਤ ਮਾਰਤੰਡ ਇੰਗਲਿਸ਼ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਇਸ ਲਈ ਆਪਾਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਲੈ ਕੇ ਆਏ ਹਾਂ, ਕਿਉਂਕਿ ਇਸ ਤੋਂ ਪਹਿਲਾਂ ਕੁਝ ਕੁਐਸਚਨ ਦੇ ਵਿੱਚ ਬਹੁਤ ਸਾਰੇ ਦੋਸਤ ਇਹ ਕਹਿ ਰਹੇ ਸੀ ਕਿ ਸਾਨੂੰ ਪੰਜਾਬੀ ਦੇ ਵਿੱਚ ਚੀਜ਼ ਚਾਹੀਦੀ ਆ, ਕੁਆਲਿਟੀ ਕੰਟੈਂਟ, ਇੰਗਲਿਸ਼ ਦੇ ਵਿੱਚ ਤਾਂ ਤੁਹਾਨੂੰ ਹਰੇਕ ਜਗ੍ਹਾ ਮਿਲ ਜਾਂਦਾ। ਸੋ ਆਪਾਂ ਬੋਥ ਲੈਂਗੁਏਜ ਦੇ ਵਿੱਚ ਹੀ ਇਹ ਚੀਜ਼ ਕਰਾਂਗੇ। ਠੀਕ ਹੈ ਜੀ, ਦਾ ਰਾਈਜ਼ਿੰਗ 1826 ਨੂੰ ਕਲਕੱਤਾ ਤੋਂ ਪੰਡਿਤ ਜੁਗਲ ਕਿਸ਼ੋਰ ਸ਼ੁਕਲਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਠੀਕ ਹੈ ਜੀ, ਹੁਣ ਹਿੰਦੀ ਭਾਸ਼ਾ ਦਾ ਵੀਕਲੀ ਅਖਬਾਰ ਯਾਦ ਹੋ ਗਿਆ ਤੁਹਾਨੂੰ, ਤੇ ਇੰਗਲਿਸ਼ ਭਾਸ਼ਾ ਦਾ ਵੀ ਵੀਕਲੀ ਅਖਬਾਰ ਯਾਦ ਹੋ ਗਿਆ ਵਾ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਅਗਲੇ ਆਪਣੇ 2 ਨੰਬਰ ਕੁਐਸਚਨ ਤੇ। 2 ਨੰਬਰ ਕੁਐਸਚਨ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ ਜਾ ਰਿਹਾ ਜੀ, ਸਪੋਰਟਸ ਦੇ ਵਿੱਚੋਂ ਇਹ ਕੁਐਸਚਨ ਆ। ਕਹਿੰਦਾ ਜੀ ਆਜ਼ਾਦੀ ਤੋਂ ਬਾਅਦ, ਬਹੁਤ ਧਿਆਨ ਨਾਲ ਕਰਨਾ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਪੁਰਸ਼ਾਂ ਦੀ ਹਾਕੀ ਵਿੱਚ, ਠੀਕ ਹੈ ਜੀ, ਹਾਕੀ ਦੇ ਵਿੱਚ ਕਿਹੜੀਆਂ 올림픽 ਖੇਡਾਂ ਦੇ ਵਿੱਚ ਸੋਨ ਤਗਮਾ 골ਡ ਮੈਡਲ ਜਿੱਤਿਆ ਸੀ? ਲੰਡਨ ਦੀਆਂ, ਸਿਡਨੀ ਦੀਆਂ, ਜਾਂ ਬਾਰਕਲੋਨਾ ਦੀਆਂ, ਜਾਂ ਐਥਨ ਦੀਆਂ? ਸੋ ਇਹ ਵੀ ਬਹੁਤ ਵਾਰ ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾਂਦੀ ਆ। ਕਈ ਵਾਰ ਇਹ ਘੁਮਾ ਕੇ ਵੈਸੇ ਫਸਟ ਪੁੱਛ ਲੈਣਗੇ, ਕਈ ਵਾਰ ਇਹ ਪੁੱਛ ਲੈਣਗੇ ਕਿ ਆਜ਼ਾਦੀ ਤੋਂ ਬਾਅਦ ਪੋਸਟ ਇੰਡੀਪੈਂਡੈਂਸ ਅਸੀਂ ਕਿਹੜੀਆਂ 올림픽 ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ। ਸੋ ਇਹਦਾ ਸਹੀ ਆਨਸਰ ਬਣਦਾ ਵਾ ਜੀ ਲੰਡਨ। ਇਹ ਸਾਡਾ ਆਨਸਰ ਬਿਲਕੁਲ ਸਹੀ ਬਣਦਾ। ਹੁਣ ਦੇਖੋ ਜੀ, ਇਸ ਕਲਾਸ ਦਾ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਨਾਲ ਦੀ ਨਾਲ ਜਿਹੜੇ ਆਪਾਂ ਐਡੀਸ਼ਨਲ ਫੈਕਟ ਆਪਾਂ ਕਰਾਂਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਇਹ ਚੀਜ਼ ਦਾ ਤੁਹਾਨੂੰ ਅੱਗੇ ਜਾ ਕੇ ਪੇਪਰ 'ਚ ਕਿੰਨਾ ਫਾਇਦਾ ਹੋਣ ਜਾ ਰਿਹਾ। ਹੁਣ ਆ ਗਿਆ ਜੀ ਪਹਿਲਾ ਐਡੀਸ਼ਨਲ ਫੈਕਟ ਇਹਦਾ, ਭਾਰਤ ਨੇ, ਠੀਕ ਹੈ ਜੀ, ਇੰਡੀਆ ਨੇ ਕੁੱਲ ਅਜੇ ਤੱਕ 10 골ਡ ਮੈਡਲ ਜਿੱਤੇ ਆ 올림픽 ਦੇ ਵਿੱਚ। ਠੀਕ ਹੈ, ਇੰਡੀਆ ਨੇ। ਹੁਣ ਜੀ ਪੁਰਸ਼ਾਂ ਦੀ ਹਾਕੀ ਟੀਮ ਜਿਹੜੀ ਆਪਣੀ ਮੈਨਸ ਹਾਕੀ ਟੀਮ ਆ, ਠੀਕ ਆ, ਉਹਨੇ ਕਿੰਨੇ ਜਿੱਤੇ ਆ ਜੀ? 8 골ਡ ਮੈਡਲ। ਪੇਪਰ ਦੇ ਵਿੱਚ ਕਈ ਵਾਰ ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਿ ਆਪਣਾ ਹਾਕੀ ਟੀਮ ਨੇ, ਮੈਨਸ ਹਾਕੀ ਟੀਮ ਨੇ ਆਪਣੇ 올림픽 ਦੇ ਵਿੱਚ ਕਿੰਨੇ ਮੈਡਲ ਜਿੱਤੇ ਨੇ? ਕਿੰਨੇ ਜਿੱਤੇ ਆ ਜੀ? 8 ਜਿੱਤੇ ਨੇ। ਯਾਦ ਹੋਣਾ ਚਾਹੀਦਾ, ਬਹੁਤ ਵਾਰ ਪੇਪਰ 'ਚ ਆ ਚੁੱਕਿਆ ਵਾ। ਅਭਿਨਵ ਬਿੰਦਰਾ। ਹੁਣ ਜੀ ਜੇਕਰ ਤੁਹਾਨੂੰ ਪੁੱਛਿਆ ਜਾਊਗਾ ਇੰਡੀਵਿਜੂਅਲ ਕੌਣ ਪਹਿਲਾ ਸੀਗਾ ਜਿਨ੍ਹਾਂ ਕਿ 올림픽 ਦੇ ਵਿੱਚ ਪਹਿਲਾ 골ਡ ਮੈਡਲ ਜਿੱਤਿਆ ਸੀ? ਅਭਿਨਵ ਬਿੰਦਰਾ ਨੇ ਜਿੱਤਿਆ ਸੀਗਾ ਜੀ 올림픽ਸ ਦੇ ਵਿੱਚ ਪਹਿਲਾ 골ਡ ਮੈਡਲ। ਸਿੱਧਾ ਕੁਐਸਚਨ ਪੇਪਰ ਦੇ ਵਿੱਚ ਆਉਂਦਾ।
ਉਸ ਤੋਂ ਬਾਅਦ ਨੀਰਜ ਚੋਪੜਾ ਨੇ ਜਿਹੜੀ 2000 ਟੋਕੀਓ 올림픽ਸ ਹੋਏ ਸੀ ਉਹਦੇ ਵਿੱਚ ਦੂਜਾ ਮਤਲਬ ਵਿਅਕਤੀਗਤ ਹੁੰਦਾ ਇੰਡੀਵਿਜੂਅਲ 올림픽 ਚੈਂਪੀਅਨ ਰਹੇ ਨੇ, ਠੀਕ ਹੈ ਜੀ। ਸੋ ਇਹ ਤਾਂ ਪੂਰੀ ਟੀਮ ਦਾ ਆ ਗਿਆ ਨਾ, ਮੈਨਸ ਹਾਕੀ ਟੀਮ ਨੇ 8 ਜਿੱਤੇ ਆ, 1 ਜਿੱਤੇ ਅਭਿਨਵ ਬਿੰਦਰਾ ਨੇ, 1 ਜਿੱਤੇ ਆਪਣਾ ਨੀਰਜ ਚੋਪੜਾ ਨੇ। ਇਹ ਤੁਹਾਨੂੰ ਪੁਆਇੰਟ ਯਾਦ ਹੋਣੇ ਚਾਹੀਦੇ ਆ। ਦੇਖੋ ਜੀ ਹੁਣ ਤੁਹਾਡੇ ਕਿੰਨੇ ਕੁਐਸਚਨ, 3 ਕੁਐਸਚਨ 4 ਕੁਐਸਚਨ ਇਹਦੇ ਨਾਲ ਕਵਰ ਹੋ ਗਏ। ਹਾਂਜੀ, ਭਾਰਤ ਨੇ 1928 ਦੇ ਵਿੱਚ ਐਮਸਟਰਡਮ ਖੇਡਾਂ ਦੇ ਵਿੱਚ ਪਹਿਲਾ ਭਾਰਤ 올림픽 골ਡ ਜਿੱਤਿਆ ਸੀ। ਪੇਪਰ ਦੇ ਵਿੱਚ ਹੁਣ ਇਹ ਚੀਜ਼ ਵੀ ਤੁਹਾਨੂੰ ਆਵੇਗੀ, ਆਪਾਂ ਪੋਸਟ ਇੰਡੀਪੈਂਡੈਂਸ ਕੀਤਾ ਲੰਡਨ ਦੇ ਵਿੱਚ, ਹਨਾ। ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਖੇਡਾਂ ਦੇ ਵਿੱਚ ਪਹਿਲਾ 올림픽 골ਡ ਜਿੱਤਿਆ ਇਹਨਾਂ ਨੇ ਕਿੰਨੇ ਚ ਸਾਲ, ਇਹਦਾ ਬਹੁਤ ਵਾਰ ਪੁੱਛਿਆ ਜਾਂਦਾ, 1928 ਦੇ ਵਿੱਚ ਜਿੱਤਿਆ ਸੀ, ਠੀਕ ਆ। ਨੈਕਸਟ ਆ ਗਿਆ ਜੀ ਆਪਣਾ ਅਗਲਾ ਪੁਆਇੰਟ, ਠੀਕ ਹੈ ਜੀ। ਇਹਨੂੰ ਕੁਐਸਚਨ ਮੰਨ ਕੇ ਚੱਲੋ ਕਿ ਇਹਦੇ ਨਾਲ ਤੁਸੀਂ 5 ਕੁਐਸਚਨ ਕਰ ਰਹੇ ਹੋ। ਆਜ਼ਾਦੀ ਤੋਂ ਬਾਅਦ ਜਿਹੜਾ ਕਿ ਮੈਂ ਤੁਹਾਨੂੰ ਹੁਣੇ ਕਰਾਇਆ ਕਿ ਭਾਰਤ ਨੇ ਪਹਿਲਾ ਹਾਕੀ ਦੇ ਵਿੱਚ ਸੋਨ ਤਗਮਾ ਜਿੱਤਿਆ ਕਦਾ ਸੀ 1948 ਦੇ ਵਿੱਚ ਲੰਡਨ 올림픽 ਦੇ ਵਿੱਚ। ਫਾਈਨਲ ਦੇ ਵਿੱਚ ਇਹਨਾਂ ਨੇ ਗ੍ਰੇਟ ਬ੍ਰਿਟੇਨ ਨੂੰ ਹਰਾਇਆ ਸੀ। ਸੋ ਇਹ ਵੀ ਤੁਹਾਨੂੰ ਫੈਕਟ ਯਾਦ ਹੋਣਾ ਚਾਹੀਦਾ ਵਾ। ਆਖਰੀ ਵਾਰ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਵਾ ਕਿ ਆਖਰੀ ਵਾਰ ਭਾਰਤ ਨੇ ਲਾਸਟ ਹਾਕੀ ਦਾ ਜਿਹੜਾ 골ਡ ਮੈਡਲ ਕਦੋਂ ਜਿੱਤਿਆ, 1980 ਦੇ ਵਿੱਚ ਜਿੱਤਿਆ ਸੀ, ਠੀਕ ਆ, ਮਾਸਕੋ ਦੀਆਂ 올림픽 ਗੇਮਸ ਦੇ ਵਿੱਚ। ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਆ, ਸਾਰੇ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਨੇ। ਇਹ ਚੋਂ 1-2 ਕੁਐਸਚਨ 2023 ਦੇ ਵਿੱਚ, ਸ਼ਾਇਦ 2022 ਦੇ ਵਿੱਚ PWB ਦੇ ਪੇਪਰਾਂ ਦੇ ਵਿੱਚ ਪੁੱਛੇ ਵੀ ਜਾ ਸਕਦੇ ਆ। ਹੁਣ ਇਹਦੇ ਵਿੱਚ ਇਹੀ ਚੀਜ਼ ਆ ਕਿ ਜੇਕਰ ਤੁਸੀਂ SSC ਦਾ ਪੇਪਰ ਵੀ ਦਿੰਦੇ ਆ, ਕਿਸੇ ਮਤਲਬ ਕਿ ਚੰਡੀਗੜ੍ਹ ਪੁਲਿਸ ਦਾ ਪੇਪਰ ਦੇਣਾ ਜਾਂ ਰੇਲਵੇ ਦਾ ਪੇਪਰ ਦੇਣਾ, ਕਿਸੇ ਵੀ ਪੇਪਰ ਦੇ ਵਿੱਚ ਤੁਸੀਂ ਜਾਓਗੇ ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ, ਸਿਰਫ ਪੰਜਾਬ ਦੇ ਕੁਐਸਚਨ ਨੇ। ਹੁਣ ਆ ਗਿਆ ਜੀ ਸਾਡੇ ਕੋਲੇ 3 ਨੰਬਰ ਕੁਐਸਚਨ। 3 ਨੰਬਰ ਕੁਐਸਚਨ 'ਚ ਆਪਾਂ ਨੂੰ ਪੁੱਛਿਆ ਜਾ ਰਿਹਾ ਵਾ ਕਿ ਇਹਨਾਂ ਦੇ ਵਿੱਚੋਂ ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲਾ ਪਹਿਲਾ ਇੰਡੀਵਿਜੂਅਲ ਕੌਣ ਸੀਗਾ ਜੀ? ਸਤਿੰਦਰ ਨਾਥ ਬੋਸ ਸੀਗਾ, JRD ਟਾਟਾ ਸੀ, ਜਾਂ ਸਾਡਾ ਆਪਣਾ ਹਰਗੋਬਿੰਦ ਖੁਰਾਣਾ ਸੀ, ਜਾਂ ਜੌਨ ਮਾਟਾ ਸੀਗਾ? ਦੱਸੋ ਜੀ ਇਹਦੇ ਵਿੱਚ ਕਿਹੜਾ ਤੁਹਾਡਾ ਸਹੀ ਆਨਸਰ ਬਣੇਗਾ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣ ਰਿਹਾ ਵਾ ਜੀ, ਤੁਸੀਂ ਸੋਚ ਲਿਆ ਹੋਵੇਗਾ ਕਿ ਸਤਿੰਦਰ ਨਾਥ ਬੋਸ ਆ ਜਿਹੜਾ ਉਹ ਪਹਿਲਾ ਮਤਲਬ ਪ੍ਰਾਪਤ ਕਰਤਾ ਸੀਗਾ ਪਦਮ ਵਿਭੂਸ਼ਣ ਦਾ। ਯਾਦ ਰੱਖਣਾ। ਹੁਣ ਦੇਖੋ ਜੀ ਇਹਦੇ ਆਪਾਂ ਐਡੀਸ਼ਨਲ ਫੈਕਟ ਕਰਨ ਜਾ ਰਹੇ ਹਾਂ ਕਿ ਐਡੀਸ਼ਨਲ ਫੈਕਟ ਦੇ ਵਿੱਚ ਆਪਾਂ ਇਹਦੇ ਵਿੱਚ ਕੀ ਕਰਾਂਗੇ। ਸੋ ਜੇਕਰ ਤੁਹਾਨੂੰ ਪੁੱਛਿਆ ਜਾਵੇ ਪੇਪਰ ਦੇ ਵਿੱਚ ਕਿ ਹਾਈਐਸਟ ਸਿਵਿਲੀਅਨ ਅਵਾਰਡ ਕਿਹੜਾ ਵਾ ਭਾਰਤ ਦਾ ਹਾਈਐਸਟ ਜਿਹੜਾ ਉੱਚਾ ਨਾਗਰਿਕ ਪੁਰਸਕਾਰ ਸਭ ਤੋਂ ਭਾਰਤ ਦਾ ਹੈਗਾ ਜੀ ਭਾਰਤ ਰਤਨ। ਸਿੱਧਾ ਆਨਸਰ ਤੁਹਾਡਾ ਇਹ ਹੋਣਾ ਚਾਹੀਦਾ। ਹੁਣ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਦੂਜਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਕਿਹੜਾ ਹੈ ਤਾਂ ਉਹ ਆਏਗਾ ਜੀ ਪਦਮ ਵਿਭੂਸ਼ਣ। ਯਾਦ ਕਰਨਾ, ਪੇਪਰ 'ਚ ਸਿੱਧਾ ਕੁਐਸਚਨ ਪੁੱਛਿਆ ਜਾਂਦਾ ਵਾ ਜੀ ਇਹ। ਹੁਣ ਦੇਖੋ ਇਹਦੇ ਵਿੱਚ ਕਈ ਵਾਰ ਉਹ ਤੁਹਾਨੂੰ ਵੈਸੇ ਉੱਚਾ ਨਾਗਰਿਕ ਪੁਰਸਕਾਰ ਪੁੱਛ ਲੈਣਗੇ, ਕਈ ਵਾਰ ਉਹ ਤੁਹਾਨੂੰ ਪਦਮ ਭੂਸ਼ਣ ਹੋ ਗਿਆ, ਵਿਭੂਸ਼ਣ ਹੋ ਗਿਆ, ਤੇ ਨਾਲ ਤੁਹਾਨੂੰ 1-2 ਹੋਰ ਪਦਮ ਸ਼੍ਰੀ ਹੋ ਗਿਆ, ਇੱਕ ਹੋਰ ਕਰਕੇ ਉਹ ਕਹਿ ਦੇਣਗੇ ਇਹਨਾਂ ਦੇ ਵਿੱਚੋਂ ਕਿਹੜਾ ਉੱਚਾ ਨਾਗਰਿਕ ਪੁਰਸਕਾਰ ਆ, ਤਾਂ ਤੁਸੀਂ ਲਾਉਣਾ ਪਦਮ ਵਿਭੂਸ਼ਣ, ਠੀਕ ਆ ਜੀ। ਸੋ ਇਹ ਯਾਦ ਰੱਖਣਾ। ਵੈਸੇ ਇਹ ਸੈਕੰਡ ਹਾਈਐਸਟ ਸਿਵਿਲੀਅਨ ਅਵਾਰਡ ਆ, ਠੀਕ ਆ, ਇੰਡੀਆ ਦਾ, ਠੀਕ ਆ, ਜੇਕਰ ਭਾਰਤ ਰਤਨ ਆਪਸ਼ਨ ਦੇ ਵਿੱਚ ਹੈਗਾ ਵਾ ਤਾਂ। ਹਾਂਜੀ, ਪਦਮ ਭੂਸ਼ਣ ਆ ਜਿਹੜਾ ਭਾਰਤ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਹੈ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਹੁਣ ਰੈਂਕ ਦੇ ਕ੍ਰਮ ਦੇ ਵਿੱਚ ਪਦਮ ਅਵਾਰਡ ਦੇ ਵਿੱਚ ਵੈਸੇ ਤੀਸਰਾ ਬਣਦਾ ਵਾ ਪਦਮ ਸ਼੍ਰੀ, ਤੇ ਅਦਰਵਾਈਜ਼ ਜੇਕਰ ਉਹ ਉੱਚਾ ਨਾਗਰਿਕ ਇੰਡੀਆ ਦਾ ਪੁੱਛੇ ਤਾਂ ਪਦਮ ਸ਼੍ਰੀ ਜਿਹੜਾ ਵਾ ਚੌਥਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਆ। ਹੁਣ ਪੇਪਰ ਦੇ ਵਿੱਚ ਆਏਗਾ ਪਦਮ ਵਿਭੂਸ਼ਣ ਪੁਰਸਕਾਰ, ਇਹ ਆਪਾਂ ਪਹਿਲਾਂ ਕਰ ਚੁੱਕੇ। ਸਤਿੰਦਰ ਨਾਥ ਬੋਸ, ਨੰਦ ਲਾਲ ਬੋਸ, ਜ਼ਾਕਿਰ ਹੁਸੈਨ, ਬਾਲਾ ਸਾਹਿਬ ਗੰਗਾਧਰ ਖੇਰ, ਜਿਗਮੇ ਦੌਰਜੀ ਵਾਕਚਕ ਅਤੇ VK ਕ੍ਰਿਸ਼ਨਾ ਮੈਨਨ ਸਨ, ਜਿਨ੍ਹਾਂ ਨੇ 1954 ਦੇ ਵਿੱਚ ਇਹਨਾਂ ਨੂੰ ਇਹ ਪਦਮ ਵਿਭੂਸ਼ਣ ਦਾ ਪੁਰਸਕਾਰ ਸਭ ਤੋਂ ਪਹਿਲੀ ਵਾਰ ਮਿਲਿਆ ਸੀ, ਠੀਕ ਹੈ ਜੀ। ਨਾਲ ਆਪਣਾ ਇੰਗਲਿਸ਼ ਦੇ ਵਿੱਚ ਹੈਗਾ, ਜੇਕਰ ਤੁਸੀਂ ਚਾਹੋ ਤਾਂ ਇੰਗਲਿਸ਼ ਦੇ ਵਿੱਚ ਵੀ ਪੜ੍ਹ ਸਕਦੇ ਹੋ। ਹੁਣ ਆ ਗਏ ਜੀ ਆਪਾਂ 4 ਨੰਬਰ ਕੁਐਸਚਨ ਤੇ। 4 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਰਿਹਾ ਕਿ ਭਾਰਤ ਸਰਕਾਰ ਤੋਂ, ਇੰਡੀਅਨ ਗਵਰਨਮੈਂਟ ਤੋਂ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਖਿਡਾਰੀ ਕੌਣ ਹੈ? ਫਸਟ ਪਲੇਅਰ ਪੁੱਛਣਗੇ ਉਹ ਪੇਪਰ ਦੇ ਵਿੱਚ ਕਿ ਪਦਮ ਸ਼੍ਰੀ ਸਭ ਤੋਂ ਪਹਿਲਾਂ ਕਿਹੜੇ ਪਲੇਅਰ ਨੂੰ ਮਿਲਿਆ ਵਾ। ਮਿਲਖਾ ਸਿੰਘ, ਬਲਵੀਰ ਸਿੰਘ ਦੋਸਾਂਝ, ਮਨਪ੍ਰੀਤ ਸਿੰਘ ਜਾਂ ਧਨਰਾਜ ਪਿੱਲੇ? ਦੱਸੋ ਜੀ ਇਹਦੇ ਵਿੱਚ ਕਿਹੜਾ ਆਨਸਰ ਤੁਹਾਡੇ ਮੁਤਾਬਕ ਸਹੀ ਹੋਏਗਾ। ਸੋ ਜੀ ਪਦਮ ਸ਼੍ਰੀ ਪੁਰਸਕਾਰ ਸਭ ਤੋਂ ਪਹਿਲਾਂ ਜਿਹੜੇ ਪਹਿਲੇ ਖਿਡਾਰੀ ਨੂੰ, ਪਹਿਲੇ ਸਪੋਰਟਸ ਪਰਸਨ ਨੂੰ ਮਿਲਿਆ, ਉਹ ਮਿਲਿਆ ਜੀ ਬਲਵੀਰ ਸਿੰਘ ਦੋਸਾਂਝ। ਨੈਕਸਟ ਚੱਲਦੇ ਹਾਂ ਜੀ ਹੁਣ ਦੇਖੋ ਜੀ ਬਲਵੀਰ ਸਿੰਘ ਦੋਸਾਂਝ ਜਿਹੜੇ ਨੇ ਹਨਾ, ਇਹਨਾਂ ਨੂੰ 1957 ਦੇ ਵਿੱਚ ਉਹ ਪਹਿਲੇ ਖਿਡਾਰੀ ਸੀ ਜਿਨ੍ਹਾਂ ਨੂੰ ਭਾਰਤ ਸਰਕਾਰ ਤੋਂ ਪਦਮ ਸ਼੍ਰੀ ਪੁਰਸਕਾਰ ਮਿਲਿਆ, ਠੀਕ ਹੈ ਜੀ। ਪਹਿਲਾ ਪੁਆਇੰਟ, ਪਹਿਲਾ ਕੁਐਸਚਨ ਤੁਸੀਂ ਲਗਾ ਲਓ ਕਿ ਤੁਹਾਡਾ ਇਹ ਪੂਰਾ ਹੋ ਗਿਆ। ਨੈਕਸਟ ਆ ਗਿਆ ਜੀ ਦੂਜਾ। ਹੁਣ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਪਹਿਲਾ ਸਪੋਰਟਸ ਪਰਸਨ ਕੌਣ ਸੀਗਾ ਜਿਹਨੂੰ ਕਿ ਪਦਮ ਵਿਭੂਸ਼ਣ ਅਵਾਰਡ ਦਿੱਤਾ ਗਿਆ, ਠੀਕ ਹੈ। ਵਿਸ਼ਵਨਾਥ ਆਨੰਦ ਆ ਜਿਹੜਾ, ਠੀਕ ਹੈ ਜੀ, ਉਹਨਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਖਿਡਾਰੀ, ਠੀਕ ਹੈ। ਸਪੋਰਟਸ ਪਰਸਨ ਵੀ ਪੁੱਛ ਸਕਦੇ ਨੇ, ਉਹ ਇੰਡੀਵਿਜੂਅਲ ਵੀ ਪੁੱਛ ਸਕਦੇ ਆ। ਜਿਹੜਾ ਆਪਾਂ ਉੱਪਰ ਕੀਤਾ ਇਹ ਉਹਨਾਂ ਨੇ ਮਤਲਬ ਪਦਮ ਸ਼੍ਰੀ ਪੁੱਛਿਆ ਸੀ, ਠੀਕ ਹੈ ਜੀ, ਪਦਮ ਸ਼੍ਰੀ ਪੁੱਛਿਆ ਸੀਗਾ, ਤਾਂ ਇਹ ਆ ਗਿਆ ਪਦਮ ਵਿਭੂਸ਼ਣ,
ਦੋਨਾਂ ਦੇ ਵਿੱਚ ਫਰਕ ਆ ਜਿਹੜਾ ਆਪਾਂ ਤੁਹਾਨੂੰ ਪਹਿਲੇ ਕੁਐਸਚਨ ਦੇ ਵਿੱਚ ਕਰਵਾ ਚੁੱਕੇ ਹਾਂ। ਠੀਕ ਆ, ਫਸਟ ਸੈਕਿੰਡ ਥਰਡ ਫੋਰਥ ਜਿਹੜੇ ਹਾਈਐਸਟ ਸਿਵਿਲੀਅਨ ਅਵਾਰਡ ਆ। ਹਾਂਜੀ, ਵਿਸ਼ਵਨਾਥ ਆਨੰਦ ਹੀ ਇੱਕ ਇਹੋ ਜਿਹਾ ਸੀ ਜਿਨ੍ਹਾਂ ਨੇ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਖਿਡਾਰੀ ਸਨ। 2021 ਦੇ ਵਿੱਚ ਕੋਆਪਰੇਟਿਵ ਕਲਰਕ ਦਾ ਸ਼ਾਇਦ ਮੈਨੇਜਰ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀਗਾ। ਸੋ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇ ਜਿਹੜੇ ਪਹਿਲੇ ਖਿਡਾਰੀ ਸੀ ਕੌਣ ਸੀ? ਵਿਸ਼ਵਨਾਥਨ ਆਨੰਦ। ਠੀਕ ਹੈ ਜੀ। ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਇਹਦਾ ਨਾਮ ਬਦਲ ਕੇ ਹੁਣ ਕੀ ਰੱਖ ਦਿੱਤਾ ਵਾ? ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ। ਇਹ ਵੀ ਯਾਦ ਹੋਣਾ ਚਾਹੀਦਾ ਵਾ ਤੁਹਾਨੂੰ, ਕਿਉਂਕਿ ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਹੁਣ ਨੈਕਸਟ ਆ ਗਿਆ ਜੀ ਸਚਿਨ ਤੰਦੂਲਕਰ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਰਤਨ ਜਿਹੜਾ ਹਾਈਐਸਟ ਜਿਹੜਾ ਉੱਚ ਨਾਗਰਿਕਤਾ ਅਵਾਰਡ ਆਪਾਂ ਕਿਹਾ ਸੀ, ਹਾਈਐਸਟ ਸਿਵਿਲੀਅਨ ਅਵਾਰਡ ਆ ਜਿਹੜਾ, ਉਹਦੇ ਵਿੱਚ ਪਹਿਲੇ ਸਪੋਰਟਸ ਪਰਸਨ ਕੌਣ ਸੀਗੇ? ਸਚਿਨ ਤੰਦੂਲਕਰ। 2014 ਦੇ ਵਿੱਚ ਉਹਨਾਂ ਨੂੰ ਆਪਣਾ ਭਾਰਤ ਰਤਨ ਦੇ ਪੁਰਸਕਾਰ ਦੇ ਨਾਲ ਨਵਾਜਿਆ ਗਿਆ ਸੀ। ਸੋ ਇਹ ਚੀਜ਼ਾਂ ਤੁਹਾਨੂੰ ਯਾਦ ਹੋਣਗੀਆਂ ਹੀ ਹੋਣਗੀਆਂ। ਜੇਕਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹੋਗੇ, ਰਿਲੇਟ ਕਰਕੇ ਪੜ੍ਹੋਗੇ, ਤਾਂ ਤੁਹਾਨੂੰ ਬਾਰ-ਬਾਰ ਉਹ ਚੀਜ਼ ਪੜ੍ਹਨ ਦੀ ਲੋੜ ਨਹੀਂ ਪਏਗੀ। ਇੱਕ ਵਾਰ ਤੁਸੀਂ ਰਿਲੇਟ ਕਰ ਲਿਆ ਤਾਂ ਤੁਹਾਨੂੰ ਨਾਲੇ ਨਾਲ ਮਾਈਂਡ ਦੇ ਵਿੱਚ ਵੱਜੇਗਾ ਕਿ ਹਾਂਜੀ ਇਹ ਚੀਜ਼ ਮੈਂ ਇੱਥੇ ਪੜ੍ਹੀ ਸੀਗੀ ਤੇ ਇਹ ਤੁਹਾਨੂੰ ਯਾਦ ਹੋ ਜਾਏਗੀ। ਠੀਕ ਆ, ਬਾਕੀ ਤੁਸੀਂ ਰਿਵੀਜ਼ਨ ਤੇ ਆ ਕੇ ਜੇਕਰ ਤੁਸੀਂ ਰਿਵੀਜ਼ਨ ਕਰਦੇ ਹੋ ਕਿ ਹਾਂਜੀ ਇੱਕ ਦੋ ਵਾਰੀ ਤੁਸੀਂ ਰਿਵੀਜ਼ਨ ਕੀਤੀ ਹੋਈ ਆ ਉਹਦੀ, ਤਾਂ ਹੀ ਤੁਹਾਨੂੰ ਯਾਦ ਹੁੰਦਾ ਵਾ। ਇੱਕ ਵਾਰੀ ਦੇਖੇ ਤੇ ਪੜ੍ਹੇ ਤੋਂ ਕਈ ਵਾਰ ਨਹੀਂ, ਉਹ ਚੀਜ਼ਾਂ ਸਾਰੀਆਂ ਯਾਦ ਨਹੀਂ ਹੁੰਦੀਆਂ। ਇਹ ਨਹੀਂ ਮੈਂ ਕਹਿੰਦਾ ਕਿ ਯਾਦ ਨਹੀਂ ਹੁੰਦੀਆਂ, ਸਾਰੀਆਂ ਯਾਦ ਨਹੀਂ ਹੁੰਦੀਆਂ। 5 ਨੰਬਰ ਕੁਐਸਚਨ। 5 ਨੰਬਰ ਕੁਐਸਚਨ ਦੇ ਵਿੱਚ ਆ ਗਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਚੁਣੀ ਜਾਣ ਵਾਲੀ ਪਹਿਲੀ ਔਰਤ ਕੌਣ ਸੀ? ਠੀਕ ਹੈ ਜੀ। ਫਸਟ ਪ੍ਰੈਜ਼ੀਡੈਂਟ ਕੌਣ ਸੀ? ਵੂਮਨ ਪ੍ਰੈਜ਼ੀਡੈਂਟ ਕੌਣ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ? ਇੰਦਰਾ ਗਾਂਧੀ, ਐਨੀ ਬੈਸੰਤ ਜਾਂ ਸੁਚੇਤਾ ਕ੍ਰਿਪਲਾਨੀ ਜਾਂ ਸਰੋਜਨੀ ਨਾਇਡੂ? ਹੁਣ ਇਹਦੇ ਵਿੱਚ ਬਹੁਤ ਸਾਰੇ ਦੋਸਤ ਕੀ ਕਰਨਗੇ, ਇਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਸਰੋਜਨੀ ਨਾਇਡੂ ਟਿਕ ਕਰਨਗੇ, ਬਟ ਇਹ ਗਲਤ ਆਪਸ਼ਨ ਆ। ਠੀਕ ਹੈ, ਸੋ ਇਹਦਾ ਸਹੀ ਆਨਸਰ ਬਣਦਾ ਜੀ ਐਨੀ ਬੇਸੰਤ ਸੀਗੀ, ਜਿਹੜੀ ਕਿ ਫਸਟ ਪ੍ਰੈਜ਼ੀਡੈਂਟ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ। ਹੁਣ ਆਪਾਂ ਫੈਕਟ ਦੇ ਵਿੱਚ ਤੁਹਾਨੂੰ ਸਾਰਾ ਚੀਜ਼ਾਂ ਕਲੀਅਰ ਕਰਦੇ ਹਾਂ ਜੀ। ਐਨੀ ਬੇਸੰਤ ਆ ਜਿਹੜੀ, ਉਹਨਾਂ ਨੂੰ 1917 'ਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਵਜੋਂ ਚੁਣਿਆ ਗਿਆ ਸੀ। ਠੀਕ ਹੈ, ਐਨੀ ਵੁੱਡ ਵਜੋਂ ਮਸ਼ਹੂਰ ਸੀ। ਠੀਕ ਹੈ ਜੀ, ਕਿਉਂਕਿ ਇੰਡੀਅਨ ਨਾਗਰਿਕਤਾ ਨਹੀਂ ਸੀ ਇਹਦੇ ਕੋਲੇ, ਜਿਹਦੇ ਕਰਕੇ ਇਹਨਾਂ ਨੂੰ ਆਪਾਂ ਫਸਟ ਕਹਿ ਦਿੰਦੇ ਹਾਂ। ਪਰ ਜੇਕਰ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਕੌਣ ਸੀ ਜਿਹੜੀ ਇੰਡੀਅਨ ਵੂਮਨ, ਠੀਕ ਹੈ ਜੀ, ਭਾਰਤੀ ਮੂਲ ਦੀ ਜਿਹੜੀ ਮਤਲਬ ਵੂਮਨ ਕੌਣ ਸੀ ਜਿਹਨੂੰ ਕਿ ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਹਿਲਾ ਪ੍ਰਧਾਨ ਕੌਣ ਸੀਗੀ? ਠੀਕ ਹੈ, ਸਰੋਜਨੀ ਨਾਇਡੂ ਨੂੰ 1925 ਦੇ ਵਿੱਚ। ਇਹਦਾ ਸਾਲ ਤੁਸੀਂ ਇਹਦਾ ਵੀ ਯਾਦ ਕਰਨਾ, ਐਨੀ ਬੇਸੰਤ ਦਾ ਵੀ ਕਰਨਾ, ਕਿਉਂਕਿ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਪੁੱਛਿਆ ਜਾਂਦਾ ਕਿ ਕਿਹੜੇ ਸਾਲ ਦੇ ਵਿੱਚ ਉਹ ਬਣੇ ਸੀ, ਕਿਉਂਕਿ ਥੋੜਾ ਜਿਹਾ ਪੇਪਰ ਦੇ ਵਿੱਚ ਕੁਐਸਚਨ ਘੁਮਾ ਕੇ ਵੀ ਪੁੱਛਿਆ ਜਾ ਸਕਦਾ। ਸਾਲ ਤੇ ਉਹਨਾਂ ਦਾ ਨਾਮ ਯਾਦ ਕਰਨਾ ਵਾ, ਸਿੱਧੀ ਜੀ ਗੱਲ ਆ ਜੀ। ਸਰੋਜਨੀ ਨਾਇਡੂ ਨੂੰ 1925 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਹ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਠੀਕ ਹੈ, ਬਸ ਇਹ ਚੀਜ਼ ਤੁਸੀਂ ਕਰ ਲੈਣੀ। ਹਾਂਜੀ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਤੀਜਾ ਕੁਐਸਚਨ ਪੁੱਛਿਆ ਜਾਂਦਾ ਕਿ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ? ਭੂਮੇਸ਼ ਚੰਦਰਾ ਬੈਨਰਜੀ। ਠੀਕ ਹੈ, WC ਬੈਨਰਜੀ ਸੀ ਜਿਹੜੇ ਕਿ ਫਸਟ ਪ੍ਰੈਜ਼ੀਡੈਂਟ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਦੋਂ ਇਹਦੀ ਸਥਾਪਨਾ ਹੋਈ ਸੀਗੀ 1885 ਦੇ ਵਿੱਚ। ਹੁਣ ਜੀ ਨੈਕਸਟ ਕੁਐਸਚਨ ਤੁਹਾਨੂੰ ਪੇਪਰ 'ਚ ਪੁੱਛਿਆ ਜਾਂਦਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮੁਸਲਿਮ ਪ੍ਰਧਾਨ ਕੌਣ ਸੀ? PSSB ਦੇ 2023 ਦੇ ਇੱਕ ਪੇਪਰ 'ਚ ਇਹ ਕੁਐਸਚਨ ਡਾਇਰੈਕਟ ਪੁੱਛਿਆ ਜਾ ਚੁੱਕਿਆ ਵਾ ਤੇ ਮੈਂ ਤੁਹਾਨੂੰ ਇਹ ਪਹਿਲਾਂ 2 ਵਾਰੀ ਕਰਵਾ ਵੀ ਚੁੱਕਿਆ ਵਾਂ। ਠੀਕ ਆ, ਸੋ ਬਦਰੂਦੀਨ ਤਿਆਬਜੀ ਆ ਜਿਹੜੇ, ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਸੀ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਫਸਟ ਇੰਗਲਿਸ਼ ਪ੍ਰੈਜ਼ੀਡੈਂਟ ਕੌਣ ਸੀਗਾ, ਠੀਕ ਆ ਜੀ, ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਦਾ 1888 ਦੇ ਵਿੱਚ INC ਦਾ ਪਹਿਲਾ ਅੰਗਰੇਜ਼ ਪ੍ਰਧਾਨ ਕੌਣ ਸੀਗਾ ਜੀ? ਜਾਰਜ ਯੂਲ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਠੀਕ ਹੈ, ਦੇਖੋ ਕਿੰਨੇ 6-7 ਕੁਐਸਚਨ ਤੁਹਾਡੇ ਕਵਰ ਹੋ ਗਏ ਤੇ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ 2-3 ਕੁਐਸਚਨ PSSB ਪੁੱਛ ਵੀ ਚੁੱਕਿਆ ਵਾ 2022-23 ਦੇ ਪੇਪਰਾਂ 'ਚ। ਹੁਣ ਆਪਾਂ ਚੱਲਦੇ ਹਾਂ ਜੀ 6 ਨੰਬਰ ਕੁਐਸਚਨ ਤੇ। 6 ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਰਿਹਾ ਕਿ ਗ੍ਰੈਮੀ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਕੌਣ ਸੀ? ਠੀਕ ਹੈ, ਸੁਨਿਧੀ ਚੌਹਾਨ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਜਾਂ ਤਨਵੀ ਸ਼ਾ? ਸੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹ ਦਿੱਤਾ ਜਾਂਦਾ ਵਾ ਜੀ ਗ੍ਰੈਮੀ ਅਵਾਰਡ, ਤਾਂ ਤਨਵੀ ਸ਼ਾਹ ਨੇ, ਜਿਨ੍ਹਾਂ ਨੂੰ ਕਿ ਪਹਿਲੀ ਇੰਡੀਅਨ ਵੂਮਨ ਸੀ ਜਿਨ੍ਹਾਂ ਨੂੰ ਕਿ ਗ੍ਰੈਮੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਜੀ ਜੇਕਰ ਆਵੇ ਪੇਪਰ ਦੇ ਵਿੱਚ ਕਈ ਵਾਰ ਪੁੱਛਦੇ ਹੁੰਦੇ ਨੇ ਕਿ ਜਿਹੜਾ ਗ੍ਰੈਮੀ ਅਵਾਰਡ ਆ, ਠੀਕ ਆ, ਤਾਂ ਇਹਨੂੰ ਇਹ ਕਿਸ ਖੇਤਰ ਦੇ ਵਿੱਚ ਦਿੱਤਾ ਜਾਂਦਾ, ਮਤਲਬ ਕਿ ਕਿਹੜੀ ਫੀਲਡ ਦੇ ਵਿੱਚ ਦਿੱਤਾ ਜਾਂਦਾ? ਤਾਂ ਇਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਦਿੱਤਾ ਜਾਂਦਾ। ਠੀਕ ਆ, ਤਾਂ ਪੰਡਿਤ ਰਵੀ ਸ਼ੰਕਰ ਨੇ ਜਿਹੜੇ, ਉਹ ਆਪਣੇ 1968 ਦੇ ਵਿੱਚ ਗ੍ਰੈਮੀ ਅਵਾਰਡ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਫਸਟ ਇੰਡੀਅਨ, ਠੀਕ ਹੈ ਜੀ, ਪਹਿਲੇ ਇੰਡੀਅਨ ਉਹਨਾਂ ਨੇ ਪੁੱਛ ਲਿਆ ਤਾਂ ਤੁਸੀਂ ਪੰਡਿਤ ਰਵੀ ਸ਼ੰਕਰ ਚਾਹ ਆਉਣਾ ਮੈਂ। ਤਨਵੀ ਸ਼ਾਹ ਪਹਿਲੇ ਵੂਮਨ ਸੀਗੇ ਜਿਨ੍ਹਾਂ ਨੇ ਕਿ ਆਪਣਾ ਇਹ ਗ੍ਰੈਮੀ ਅਵਾਰਡ ਜਿੱਤਿਆ ਸੀ। ਹੁਣ ਆਪਾਂ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਆਜ਼ਾਦ ਭਾਰਤ ਦੀ ਪਹਿਲੀ ਜਨਗਣਨਾ, ਠੀਕ ਆ ਜੀ, ਪਹਿਲੀ ਸੈਂਸਸ ਇੰਡੀਪੈਂਡੈਂਟ ਇੰਡੀਆ ਦੀ ਕਦੋਂ ਕਰਵਾਈ ਗਈ ਸੀ? ਠੀਕ ਆ,
सो इंडिपेंडेंट इंडिया ये याद रखना, ठीक है। ये 1872 ਜਾਂ 1881 नहीं लाना, मैं कई बार ऑप्शन 'ਚ ਇਹ भी देणगे, ठीक है। वैसे ये तो नहीं देणगे क्योंकि इन्होंने पहला ही इंडिपेंडेंट इंडिया दिता होया वा, ठीक है, लिखा हुआ। तो 1950, 1947, 1951, 1949 ਤਾਂ ਇਹਦੇ ਵਿੱਚ ਸਹੀ ਆਨਸਰ ਸਾਡਾ ਬਣਦਾ ਵਾ ਜੀ ਸੀ 1951 ਦੇ ਵਿੱਚ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਸੀਗੀ ਆਪਣੀ ਜਨਗਣਨਾ ਕਰਵਾਈ ਗਈ ਸੀ। ਹੁਣ ਇਹਦੇ ਨਾਲ ਐਡੀਸ਼ਨਲ ਫੈਕਟ ਦੇਖੋ ਹੋਰ ਕਿਹੜਾ ਕੁਐਸਚਨ ਪੁੱਛਿਆ ਜਾਂਦਾ ਵਾ। ਕਹਿੰਦੇ ਜੀ ਆਜ਼ਾਦੀ ਅਤੇ ਭਾਰਤ ਦੀ ਵੰਡ ਤੋਂ ਬਾਅਦ ਪਹਿਲੀ ਜਿਹੜੀ ਆਪਣੀ ਜਨਗਣਨਾ ਸੀਗੀ ਇਹ ਕਰਵਾਈ ਗਈ ਸੀ 1951 ਦੇ ਵਿੱਚ। ਭਾਰਤ ਦੇ 1948 ਦੀ ਮਰਦਮਸ਼ੁਮਾਰੀ ਐਕਟ ਅਧੀਨ ਕਰਵਾਈ ਜਾਣ ਵਾਲੀ ਪਹਿਲੀ ਜਨਗਣਨਾ ਸੀ, ਜਦੋਂ ਕਿ ਇਹ ਹਰ 10 ਸਾਲਾਂ ਬਾਅਦ ਕੀਤਾ ਜਾਂਦਾ ਹੈ, ਠੀਕ ਹੈ ਜੀ। ਬ੍ਰਿਟਿਸ਼ ਵਾਇਸਰੋਏ ਜਿਹੜਾ ਲਾਰਡ ਮੇਓ ਸੀਗਾ, ਠੀਕ ਆ ਜੀ, ਲਾਰਡ ਮਾਇਓ ਸੀਗੇ, ਉਹ 1872 ਦੇ ਵਿੱਚ ਸ਼ੁਰੂ ਕੀਤੀ ਸੀ ਇਹਨੇ। ਤੇ ਪਹਿਲੀ ਜਿਹੜੀ ਜੇਕਰ ਆਪਾਂ ਨੂੰ ਪੁੱਛਿਆ ਕਿ ਪਹਿਲੀ ਕੰਪਲੀਟ ਸੈਂਸਸ ਕਦੋਂ ਹੋਈ ਸੀ ਤਾਂ 1871 ਦੇ ਵਿੱਚ, ਅਦਰਵਾਈਜ਼ 1872 ਦੇ ਵਿੱਚ ਇਹਦੀ ਬਿਗਨਿੰਗ ਸ਼ੁਰੂ ਹੋ ਗਈ ਸੀ, ਠੀਕ ਆ। ਸੋ ਇਹ ਤੁਹਾਨੂੰ ਫੈਕਟ ਯਾਦ ਹੋਣੇ ਚਾਹੀਦੇ ਆ। ਹੁਣ ਉਹ ਕਹਿੰਦੇ ਜੀ ਦੇਸ਼ ਦੇ ਵਿੱਚ 1919-20 ਤੋਂ ਸਮੇਂ ਤੋਂ ਜਿਹੜੇ ਪਸ਼ੂਆਂ ਦੀ ਜੇਕਰ ਪੁੱਛਿਆ ਜਾਵੇ ਕਿ ਜਨਗਣਨਾ ਕਦੋਂ ਕਰਵਾਈ ਜਾਂਦੀ ਆ, 1919-20 ਤੋਂ ਚੱਲਦੀ ਆ ਤੇ ਇਹ ਹਰ 5 ਸਾਲਾਂ ਬਾਅਦ ਹੁੰਦੀ ਆ, ਠੀਕ ਹੈ ਜੀ। ਜਿਹੜੀ ਆਪਣੀ ਹੁੰਦੀ ਆ ਹੈ ਨਾ ਹਿਊਮਨਸ ਦੀ, ਉਹ ਹੁੰਦੀ ਆ 10 ਸਾਲਾਂ ਬਾਅਦ, ਤੇ ਪਸ਼ੂਆਂ ਦੀ ਕਦੋਂ ਹੁੰਦੀ ਆ, ਹਰੇਕ 5 ਸਾਲਾਂ ਬਾਅਦ ਹੁੰਦੀ ਆ। ਇਹ ਯਾਦ ਕਰ ਲਿਓ, ਠੀਕ ਹੈ। ਨੈਕਸਟ ਹੇਠ ਦਿੱਤਿਆਂ ਦੇ ਵਿੱਚੋਂ ਕਿਸ ਨੇ ਆਜ਼ਾਦ ਭਾਰਤ ਲਈ ਪਹਿਲਾ ਵਿਅਕਤੀਗਤ ਓਲੰਪਿਕ ਜਿੱਤਿਆ ਸੀ? ਸੋ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ, ਠੀਕ ਆ ਇਹ। ਸੋ ਬਹੁਤ ਵਾਰ ਪੇਪਰ ਦੇ ਵਿੱਚ ਇਹ ਕਰਵਾਇਆ, ਤੇ ਸੌਰੀ ਮੈਂ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਵੀ ਕਰਵਾਇਆ ਹੋਇਆ ਵਾ, ਤੇ ਇਹ ਪੇਪਰ ਦੇ ਵਿੱਚ ਆ ਵੀ ਚੁੱਕਿਆ ਵਾ, ਠੀਕ ਆ ਜੀ। ਫਸਟ ਐਵਰ ਇੰਡੀਵਿਜੂਅਲ ਓਲੰਪਿਕ ਮੈਡਲ ਕੌਣ ਸੀ? ਰਾਜਾਵਰਧਨ ਰਾਠੌਰ, ਪੀਟੀ ਊਸ਼ਾ, ਅਭਿਨਵ ਬਿੰਦਰਾ ਜਾਂ केडी यादव? दसो जी ਇਹਦਾ। ਸੋ ਇਹਦਾ ਸਹੀ ਆਨਸਰ ਬਣੇਗਾ ਜੀ केडी यादव। डी ਆਨਸਰ ਬਿਲਕੁਲ ਸਹੀ ਆ। ਪਹਿਲਾ ਇੰਡੀਵਿਜੂਅਲ ਪੁੱਛ ਲਿਆ ਕਿ ਪਹਿਲੀ ਵਾਰ ਮਤਲਬ ਆਜ਼ਾਦੀ ਤੋਂ ਬਾਅਦ ਕਿਹਨੇ ਇਹ 올림픽 ਦਾ ਤਗਮਾ ਜਿੱਤਿਆ ਸੀ। ਹੁਣ ਦੇਖੋ ਜੀ ਆ ਗਏ ਜੀ ਆਪਾਂ केडी यादव ਨੇ, ਜਿਨ੍ਹਾਂ ਨੇ ਕਿ 올림픽 ਦੇ ਵਿੱਚ ਵਿਅਕਤੀਗਤ ਤਗਮਾ ਜਿੱਤਣ ਵਾਲਾ ਕੋਈ ਵੀ ਤਗਮਾ ਮਤਲਬ, ਠੀਕ ਆ, ਗੋਲਡ ਦੀ ਨਹੀਂ ਗੱਲ ਹੋ ਰਹੀ। ਆਜ਼ਾਦ ਭਾਰਤ ਦਾ ਪਹਿਲਾ ਐਥਲੀਟ ਸੀ। ਯਾਦਵ ਨੇ 1952 ਦੇ ਵਿੱਚ ਕੁਸ਼ਤੀ ਦੇ ਵਿੱਚ ਬ੍ਰੋਂਜ ਮੈਡਲ ਮਤਲਬ ਕਿ ਕਾਂਸੀ ਦਾ ਤਗਮਾ ਜਿੱਤਿਆ ਸੀ। ਇਹ ਯਾਦ ਕਰ ਲਿਓ, ਠੀਕ ਆ, ਪੇਪਰ 'ਚ ਬਹੁਤ ਇੰਪੋਰਟੈਂਟ ਕੁਐਸਚਨ ਆ। ਹੁਣ ਸੁਣੋ ਜੀ, ਅਭਿਨਵ ਬਿੰਦਰਾ ਨੇ 2008 ਦੇ ਵਿੱਚ ਬੀਜਿੰਗ 올림픽 ਦੇ ਵਿੱਚ 10 ਮੀਟਰ ਏਅਰ ਰਾਈਫਲ ਇਵੈਂਟ ਦੇ ਵਿੱਚ ਸੋਨ ਤਗਮਾ ਜਿੱਤ ਕੇ ਵਿਅਕਤੀਗਤ 올림픽 ਸੋਨ ਤਗਮੇ ਵਿੱਚ ਪਹਿਲਾ ਬਣੇ ਸੀ, ਠੀਕ ਆ। ਪਹਿਲੇ ਇੰਡੀਵਿਜੂਅਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਰਾਇਆ ਕਿ ਅਭਿਨਵ ਬਿੰਦਰਾ ਸੀ, ਠੀਕ ਹੈ। ਰਾਜਵਰਧਨ ਸਿੰਘ ਰਾਠੌਰ ਨੇ ਏਥਨਜ਼ 2004 ਦੇ ਵਿੱਚ ਆਜ਼ਾਦ ਭਾਰਤ ਦਾ ਪਹਿਲਾ ਵਿਅਕਤੀਗਤ ਆਪਣਾ ਪਹਿਲਾ ਵਿਅਕਤੀਗਤ 올림픽 ਚਾਂਦੀ ਦਾ ਤਗਮਾ ਜਿੱਤਿਆ, ਠੀਕ ਹੈ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਸਿਲਵਰ 올림픽 ਦੇ ਵਿੱਚ ਸਿਲਵਰ ਮੈਡਲ ਸਭ ਤੋਂ ਪਹਿਲੀ ਵਾਰ ਕਿਹਨੇ ਜਿੱਤਿਆ ਜੀ? ਰਾਜਵਰਧਨ ਸਿੰਘ ਰਾਠੌਰ ਨੇ 2004 ਦੇ ਵਿੱਚ ਜਿੱਤਿਆ ਸੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਜੀ। ਹੁਣ ਆਪਾਂ ਚੱਲਦੇ ਹਾਂ ਜੀ ਨੈਕਸਟ ਪੁਆਇੰਟ ਤੇ। ਇੰਡੀਆ ਨੇ ਹੁਣ ਤੱਕ ਟੋਟਲ 35 ਤਗਮੇ ਜਿੱਤੇ ਆ, 35 ਮੈਡਲ ਜਿੱਤੇ ਆ, ਜਿਹਦੇ ਵਿੱਚੋਂ ਕਿ ਸੋਨੇ, ਚਾਂਦੀ ਅਤੇ ਕਾਂਸੀ ਦੇ ਸਮੇਤ 24 올림픽 ਖੇਡਾਂ ਦੇ ਵਿੱਚ ਭਾਗ ਲਿਆ ਵਾ ਤੇ 35 ਤਗਮੇ ਜਿੱਤੇ ਆ। ਇਹ ਯਾਦ ਕਰ ਲਿਓ, ਠੀਕ ਆ। 10 ਗੋਲਡ ਆਪਾਂ ਤੁਹਾਨੂੰ ਕਰਵਾ ਹੀ ਚੁੱਕੇ ਹਾਂ ਕਿ 10 ਗੋਲਡ ਮੈਡਲ ਜਿੱਤੇ ਆ, ਜਿਸ ਚੋਂ 8 ਹਾਕੀ ਟੀਮ, ਇੱਕ ਅਭਿਨਵ ਬਿੰਦਰਾ ਤੇ ਇੱਕ ਕਿਹਨੇ ਜਿੱਤਿਆ ਵਾ? ਨੀਰਜ ਚੋਪੜਾ ਨੇ। ਸੋਨ ਤਗਮੇ ਗੋਲਡ ਮੈਡਲ। ਤਾਂ ਆ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗਾ, ਠੀਕ ਹੈ ਜੀ। ਇਹਦਾ ਤੁਸੀਂ ਸਕਰੀਨਸ਼ਾਟ ਲੈ ਲਓ ਕਿਉਂਕਿ ਪੇਪਰ ਦੇ ਵਿੱਚ ਡਾਇਰੈਕਟ ਇਹ ਚੀਜ਼ ਪੁੱਛੀ ਜਾਂਦੀ ਆ ਕਿ ਹਾਂਜੀ ਜਿਹੜੇ ਰੈੱਡ ਕੀਤੇ ਨੇ ਤਾਂ ਤੁਸੀਂ ਚੰਗੀ ਤਰ੍ਹਾਂ ਕਰਨੇ ਹੀ ਕਰਨੇ ਨੇ, ਠੀਕ ਹੈ ਜੀ। ਸੋ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਸੋ ਉਮੀਦ ਆ ਕਿ ਤੁਸੀਂ ਸਕਰੀਨਸ਼ਾਟ ਲੈ ਲਿਆ ਹੋਵੇਗਾ। ਸੋ ਇੱਕ ਇਹਦਾ ਸਕਰੀਨਸ਼ਾਟ ਲੈ ਲਓ, ਠੀਕ ਹੈ ਜੀ। ਇਹ ਪੂਰਾ ਵਾ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਉਂਕਿ ਪੇਪਰ ਦੇ ਵਿੱਚ ਇਹਦੇ ਵਿੱਚੋਂ ਕੋਈ ਵੀ ਫੈਕਟ ਪੁੱਛਿਆ ਜਾ ਸਕਦਾ 올림픽ਸ ਦੇ ਵਿੱਚੋਂ। ਨੈਕਸਟ ਚੱਲਦੇ ਹਾਂ ਜੀ। ਹੁਣ ਆਪਾਂ ਇਹਦਾ ਵੀ ਤੁਸੀਂ ਲੈ ਸਕਦੇ ਹੋ। ਲਓ ਜੀ, ਸੋ ਓਕੇ ਆ ਜੀ, ਤੁਸੀਂ ਸਕਰੀਨਸ਼ਾਟ ਲੈ ਲਿਆ ਹੋਵੇਗਾ। ਸੋ ਜਦੋਂ ਇਹਦੇ ਕੁਐਸਚਨ ਪੂਰੇ ਹੋ ਜਾਣਗੇ ਤਾਂ ਆਪਾਂ ਤੁਹਾਨੂੰ PDF ਵੀ ਪ੍ਰੋਵਾਈਡ ਕਰ ਦੇਵਾਂਗੇ ਜਦੋਂ ਇਹਦੇ ਸਾਰੇ ਕੁਐਸਚਨ ਪੂਰੇ ਹੋ ਜਾਣਗੇ, ਠੀਕ ਆ। ਤਾਂ ਜੀ ਪਹਿਲਾ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਕਿਸ ਸਾਲ ਖੇਡਿਆ ਗਿਆ ਸੀ? 1951 'ਚ, 1975 'ਚ, 1978 'ਚ ਜਾਂ 1983 ਦੇ ਵਿੱਚ? ਸਭ ਤੋਂ ਪਹਿਲੀ ਵਾਰ ਕਦੋਂ ਖੇਡਿਆ ਗਿਆ ਸੀ ਜੀ? ਇਹਦਾ ਸਹੀ ਆਨਸਰ ਬਣੇਗਾ ਜੀ 1975 ਦੇ ਵਿੱਚ ICC ਮੈਨਸ ਕ੍ਰਿਕਟ ਵਰਲਡ ਕੱਪ ਖੇਡਿਆ ਗਿਆ ਸੀ ਜੀ। ਹੁਣ ਜੀ ਇਹਦੇ ਇੰਪੋਰਟੈਂਟ 4 ਚੀਜ਼ਾਂ ਯਾਦ ਕਰ ਲਓ ਕਿਉਂਕਿ ਪੇਪਰ ਦੇ ਵਿੱਚੋਂ ਇਹ 5 ਦੇ ਵਿੱਚੋਂ ਕੋਈ ਵੀ ਚੀਜ਼ ਤੁਹਾਨੂੰ ਪੁੱਛੀ ਜਾ ਸਕਦੀ ਹੈ ਜੀ। 1975 ਦੇ ਵਿੱਚ ਪਹਿਲੀ ਵਾਰ ਜਿਹੜਾ ICC ਦਾ 50 ਓਵਰ ਦਾ ਵਰਲਡ ਕੱਪ ਜਿੱਤਿਆ ਗਿਆ ਸੀ, ਇੱਕ ਵਨ ਡੇ ਇੰਟਰਨੈਸ਼ਨਲ ਦਾ। ਇੰਗਲੈਂਡ ਨੇ ਹੋਸਟ ਕੀਤਾ ਸੀ। ਜਿੱਤਿਆ ਕਿਨੇ ਸੀ? ਵੈਸਟ ਇੰਡੀਜ਼ ਨੇ। ਰਨਰ ਅਪ ਸੀਗਾ ਆਸਟ੍ਰੇਲੀਆ। 1983 ਦਾ ਬਹੁਤ ਇੰਪੋਰਟੈਂਟ ਆ ਜੀ। ਇੰਗਲੈਂਡ ਨੇ ਹੋਸਟ ਕੀਤਾ ਸੀ, ਇੰਡੀਆ ਨੇ ਜਿੱਤਿਆ ਸੀ, ਵੈਸਟ ਇੰਡੀਜ਼ ਨੂੰ ਹਰਾਇਆ ਸੀ। ਇੰਡੀਆ ਦਾ ਆ ਗਿਆ ਜੀ ਇਹ ਪਹਿਲਾ ਵਰਲਡ ਕੱਪ 50 ਓਵਰ ਦਾ। ਇੰਡੀਆ ਤੇ ਬੰਗਲਾਦੇਸ਼ ਨੇ ਹੋਸਟ ਕੀਤਾ ਸੀ 2011 ਦੇ ਵਿੱਚ। ਇੰਡੀਆ ਜਿੱਤੀ ਸੀ, ਸ਼੍ਰੀਲੰਕਾ ਨੂੰ ਹਰਾਇਆ ਸੀ
तो ये आ गया जी दूजा वर्ल्ड कप इंडिया दे। इंडिया अजे तक 2 वर्ल्ड कप जित चुकी आ 50 ओवर दे, ठीक है। 2020 के किन्ने जित चुकी आ जी, 1 वर्ल्ड कप जितया वा इंडिया ने, ठीक है। 2020 का कदों जितया सी, 2007 च पहला ही वर्ल्ड कप सी, MS धोनी की कप्तानी दे विच इंडिया ने वो जितया सी। ते जिहड़ा आह वर्ल्ड कप सी ना 2011 का, ये भी MS धोनी की कप्तानी दे विच इंडिया ने जितया सीगा। तो ये फैक्ट याद हो गए। आ 1983 वाला तो तुहानूं सब नूं पता ही होएगा, है ना, कपिल देव वाला वा जिहड़ा। ਤਾਂ ਜੀ 2019 ਦੇ ਵਿੱਚ ਇੰਗਲੈਂਡ ਦੇ ਵਿੱਚ ਹੋਇਆ ਸੀ, ਇਹਦੇ ਹੋਸਟ ਇੰਗਲੈਂਡ ਜਿੱਤੂ ਰਹੀ ਸੀ ਇਸ ਟਾਈਮ ਦੇ ਉੱਤੇ। ਕਰੰਟ ਚੈਂਪੀਅਨ ਕੌਣ ਆ? ਇੰਗਲੈਂਡ। 2023 ਦਾ ਅਜੇ ਹੋਏਗਾ। ਨੈਕਸਟ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਕਿਹੜੇ ਵਿਗਿਆਨੀ ਨੇ ਸਭ ਤੋਂ ਪਹਿਲਾਂ ਈਕੋਸਿਸਟਮ ਤੇ ਇਕੋਲੋਜੀਕਲ ਸਿਸਟਮ ਦੀ ਕੋਇਨ ਕੀਤੀ ਸੀ, ਮਤਲਬ ਰਚਨਾ ਕੀਤੀ ਸੀ? ਆਰਥਰ ਟੈਂਸਲੀ ਸੀਗੇ, ਚਾਰਲਸ ਐਲਟਨ ਸੀਗੇ, ਜਾਂ ਜਾਰਜ ਅਡਮ ਸੀਗੇ, ਜਾਂ ਐਡਵਰਡ ਕਲੇਮੈਂਟ ਸੀਗੇ? ਸੋ ਇਹਦਾ ਸਹੀ ਆਨਸਰ ਬਣਦਾ ਜੀ ਆਰਥਰ ਟੈਂਸਲੇ ਸੀਗੇ, ਜਿਨ੍ਹਾਂ ਨੇ ਕਿ ਈਕੋਸਿਸਟਮ ਇਕੋਲੋਜੀਕਲ ਸਿਸਟਮ ਦੀ ਸ਼ੁਰੂਆਤ ਕੀਤੀ ਸੀ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਤੇ। 11 ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਇੰਡੀਪੈਂਡੈਂਟ ਇੰਡੀਅਨ ਟੀਮ ਦਾ ਕ੍ਰਿਕਟ ਦਾ ਪਹਿਲਾ ਟੈਸਟ ਕਪਤਾਨ ਕੌਣ ਸੀਗਾ ਜੀ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ। ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਫੈਕਟ ਆਪਾਂ ਕਵਰ ਕਰਾਂਗੇ। ਵਿਜੇ ਹਜ਼ਾਰੇ, ਵਿਸ਼ਨ ਸਿੰਘ ਬੇਦੀ, ਹੇਮੂ ਅਧਿਕਾਰੀ, ਜਾਂ ਲਾਲਾ ਅਮਰ? ਸੋ ਇਹਦਾ ਬਿਲਕੁਲ ਸਹੀ ਆਨਸਰ ਸਾਡਾ ਬਣੇਗਾ ਜੀ ਲਾਲਾ ਅਮਰਨਾਥ, ਇੰਡੀਪੈਂਡੈਂਟ ਇੰਡੀਅਨ ਟੀਮ ਦੇ ਪਹਿਲੇ ਟੈਸਟ ਕੈਪਟਨ ਸੀ। ਹੁਣ ਚੱਲਦੇ ਹਾਂ ਜੀ ਆਪਾਂ ਇਹਦੇ ਇੰਪੋਰਟੈਂਟ ਫੈਕਟ ਵੀ ਤੁਸੀਂ ਯਾਦ ਕਰਨੇ ਆ ਜੀ। ਲਾਲਾ ਅਮਰਨਾਥ ਆਪਾਂ ਤੁਸੀਂ ਕਰਵਾ ਦਿੱਤੇ ਹੋਏ ਆ, ਹੈ ਨਾ ਆਪਾਂ ਤਾਂ। ਆਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਕਿ ਲਾਲਾ ਅਮਰਨਾਥ ਭਾਰਤਵਰਜ ਟੈਸਟ ਕ੍ਰਿਕਟ ਦੇ ਵਿੱਚ ਭਾਰਤੀ ਕ੍ਰਿਕਟ ਵੱਲੋਂ ਪਹਿਲਾ ਸੈਂਕੜਾ ਕਿਹਨੇ ਲਗਾਇਆ ਜੀ? ਕਿਹਨੇ ਲਗਾਇਆ ਜੀ? ਲਾਲਾ ਅਮਰਨਾਥ ਨੇ ਲਾਇਆ ਸੀ। ਇਹ ਵੀ ਯਾਦ ਕਰ ਲਿਓ ਤੁਸੀਂ। ਨੈਕਸਟ ਆ ਗਿਆ ਜੀ ਸਾਡੇ ਕੋਲ, ਜੇਕਰ ਤੁਹਾਨੂੰ ਪੁੱਛੇ ਕਿ ਪਹਿਲੇ ਵਨਡੇ ਇੰਟਰਨੈਸ਼ਨਲ ਦੇ ਵਿੱਚ ਪਹਿਲੇ ਕਪਤਾਨ ਕੌਣ ਸੀ? ਅਜੀਤ ਵਾਡੇਕਰ ਸੀ। 1974 ਦੇ ਵਿੱਚ ਭਾਰਤੀ ਟੀਮ ਦੀ ਇਹਨੇ ਕਪਤਾਨੀ ਕੀਤੀ ਸੀ। ਤੇ ਭਾਰਤ ਲਈ ਵਨਡੇ ਕ੍ਰਿਕਟ ਦੇ ਵਿੱਚ ਕਈ ਵਾਰ ਪੇਪਰ 'ਚ ਪੁੱਛਣਗੇ ਕਿ ਪਹਿਲਾ ਸੈਂਕੜਾ ਕਿਹਨੇ ਲਾਇਆ। ਜਿਵੇਂ ਟੈਸਟ ਦੇ ਵਿੱਚ ਲਾਲਾ ਅਮਰਨਾਥ ਨੇ ਲਾਇਆ, ਤਾਂ ਵਨਡੇ ਦੇ ਵਿੱਚ ਕਪਿਲ ਦੇਵ ਨੇ ਲਾਇਆ 1983 ਦੇ ਵਿੱਚ, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰ ਲੈਣਾ ਵਾ, ਠੀਕ ਹੈ, ਇੰਪੋਰਟੈਂਟ ਫੈਕਟ ਬਣਦਾ। ਨੈਕਸਟ ਆ ਗਿਆ ਆਪਾਂ T20। T20 ਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਕਿ ਪਹਿਲੇ T20 ਕਪਤਾਨ ਕੌਣ ਸੀ? ਮਤਲਬ ਇੰਡੀਆ ਦਾ ਜਿਹੜਾ ਪਹਿਲਾ ਮੈਚ ਖੇਡਿਆ ਸੀ T20 ਤਾਂ ਉਹਦੇ ਵਿੱਚ ਕਪਤਾਨੀ ਕਿਹਨੇ ਕੀਤੀ ਸੀ ਜੀ? ਵਰਿੰਦਰ ਸਹਿਵਾਗ ਨੇ ਕਪਤਾਨੀ ਕੀਤੀ ਸੀ, ਠੀਕ ਹੈ ਜੀ। ਅਤੇ ਉਹਨਾਂ ਨੇ ਦੱਖਣੀ ਅਫਰੀਕਾ ਵਿਰੁੱਧ ਆਪਣੇ ਪਹਿਲੇ ਹੀ T20 ਅੰਤਰਰਾਸ਼ਟਰੀ ਮੈਚ ਦੇ ਵਿੱਚ ਜਿੱਤ ਦਿਵਾਈ ਸੀ। ਹੁਣ ਨੈਕਸਟ ਆ ਗਿਆ ਜੀ ਸੁਰੇਸ਼ ਰੈਣਾ। ਸੁਰੇਸ਼ ਰੈਣਾ T20 ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਸੀ। ਪੇਪਰ 'ਚ ਕੁਐਸਚਨ ਆ ਸਕਦਾ ਵਾ ਜੀ ਇਹ, ਠੀਕ ਆ, ਯਾਦ ਕਰ ਲਿਓ। ਮਨੀਸ਼ ਪਾਂਡੇ IPL ਦੇ ਵਿੱਚ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਬਣੇ ਸੀ। ਇਹ ਕੁਐਸਚਨ ਵੀ PSSB ਨੇ 2023 ਦੇ ਇੱਕ ਪੇਪਰ ਦੇ ਵਿੱਚ ਆ ਚੁੱਕਿਆ। IPL ਦੇ ਵਿੱਚ ਪਹਿਲਾ ਸੈਂਕੜਾ, ਜੇਕਰ ਓਵਰਆਲ ਪੁੱਛਿਆ ਜਾਵੇ IPL ਦਾ ਪਹਿਲਾ ਸੈਂਕੜਾ ਕਿਹਨੇ ਲਾਇਆ ਸੀ? ਬ੍ਰੈਂਡਨ ਮੈਕਲਮ ਨੇ ਲਾਇਆ ਸੀ ਕਲਕੱਤਾ ਨਾਈਟ ਰਾਈਡਰਸ ਦੇ ਪਹਿਲੇ ਹੀ ਮੈਚ ਦੇ ਵਿੱਚ IPL ਦਾ, ਜਦੋਂ ਐਡੀਸ਼ਨ ਸਟਾਰਟ ਹੋਇਆ ਸੀ 2008 'ਚ। ਨੈਕਸਟ ਚੱਲਦੇ ਹਾਂ ਜੀ। T20 ਅੰਤਰਰਾਸ਼ਟਰੀ ਫਾਰਮੈਟ ਦਾ ਪਹਿਲਾ ਸੈਂਕੜਾ ਕਿਹਨੇ ਲਾਇਆ ਸੀ ਜੀ? T20 ਅੰਤਰਰਾਸ਼ਟਰੀ ਫਾਰਮੈਟ ਦਾ ਪਹਿਲਾ ਸੈਂਕੜਾ ਕ੍ਰਿਸ ਗੇਲ ਨੇ ਲਾਇਆ ਵਾ 2007 ਦੇ ਵਿੱਚ ICC ਵਿਸ਼ਵ 2020 ਦੇ ਵਿੱਚ। ਸੋ ਦੇਖੋ ਕਿੰਨੇ ਕੁਐਸਚਨ ਤੁਹਾਡੇ ਸਪੋਰਟਸ ਦੇ ਵਿੱਚ ਕਵਰ ਹੋ ਗਏ। ਨੈਕਸਟ ਚੱਲਦੇ ਹਾਂ ਜੀ 12 ਨੰਬਰ ਕੁਐਸਚਨ ਦੇ। ਹੇਠ ਦਿੱਤਿਆਂ ਵਿੱਚੋਂ ਭਾਰਤੀ ਰਿਜ਼ਰਵ ਬੈਂਕ ਦਾ ਪਹਿਲਾ ਭਾਰਤੀ ਗਵਰਨਰ ਕੌਣ ਸੀ ਜੀ? ਲਿਆਕਤ ਅਲੀ ਖਾਨ, CD ਦੇਸ਼ਮੁਖ, ਮੋਰਾਰਜੀ ਦੇਸਾਈ, ਜਾਂ KC ਨਿਊਜ਼? ਤਾਂ ਇੰਡੀਅਨ ਗਵਰਨਰ ਪੁੱਛਿਆ ਵਾ ਜੀ ਉਹਨਾਂ ਨੇ, ਤੇ ਇੰਡੀਅਨ ਗਵਰਨਰ ਕੌਣ ਆ ਜੀ? CD ਦੇਸ਼ਮੁਖ। ਜੇਕਰ ਤੁਹਾਨੂੰ ਪੁੱਛਿਆ ਜਾਵੇਗਾ ਕਿ RBI ਦਾ ਪਹਿਲਾ ਗਵਰਨਰ ਕੌਣ ਸੀ, ਤਾਂ ਉਹ ਸੀਗਾ ਜੀ ਸਰ ਔਸਬੋਰਨ ਸਮਿਥ। ਇਹ ਦੋਨੇ ਚੀਜ਼ਾਂ ਨੇ ਤਾਂ ਆਪਾਂ ਕਰਾ ਦਿੰਦੇ ਹਾਂ ਤੁਹਾਨੂੰ ਇੱਕ ਵਾਰੀ ਐਡੀਸ਼ਨਲ ਫੈਕਟ ਦੇ ਵਿੱਚ। ਔਸਬੋਰਨ ਸਮਿਥ ਨੇ 1935 ਦੇ ਵਿੱਚ RBI ਦੇ ਪਹਿਲੇ ਗਵਰਨਰ ਸਨ। CD ਦੇਸ਼ਮੁਖ ਭਾਰਤੀ ਰਿਜ਼ਰਵ ਬੈਂਕ ਦੇ ਪਹਿਲੇ ਗਵਰਨਰ ਸਨ। ਦੋਨੇ ਕੁਐਸਚਨ ਨੇ ਬਾਰ-ਬਾਰ ਪੁੱਛੇ ਜਾਂਦੇ ਨੇ। RBI ਦੀ ਸਥਾਪਨਾ ਜਿਹੜੀ ਹੋਈ ਸੀ ਜੀ 1 ਅਪ੍ਰੈਲ 1935 ਨੂੰ RBI ਦੇ ਐਕਟ 1934 ਦੇ ਤਹਿਤ ਕੀਤੀ ਗਈ ਸੀ। ਜੇਕਰ ਇਹਦੀ ਸਿਫਾਰਿਸ਼ ਪੁੱਛਿਆ ਜਾਵੇ, ਸਿਫਾਰਿਸ਼ ਕਿਹਨੇ ਕੀਤੀ ਸੀ? ਹਿਲਟਨ ਯੰਗ ਕਮਿਸ਼ਨ ਨੇ ਇਹਦੀ ਸਿਫਾਰਿਸ਼ ਕੀਤੀ ਸੀਗੀ, ਠੀਕ ਹੈ ਜੀ। ਤਾਂ ਸ਼ੁਰੂ ਦੇ ਵਿੱਚ ਇਹ ਮਤਲਬ ਇੱਕ ਨਿੱਜੀ ਮਲਕੀਅਤ ਵਾਲਾ ਬੈਂਕ ਵਜੋਂ ਸਥਾਪਿਤ ਹੋਇਆ ਸੀ ਨਾ, ਅੰਗਰੇਜ਼ਾਂ ਨੇ ਕੀਤਾ ਸੀ। ਤਾਂ ਜਦੋਂ ਆਜ਼ਾਦੀ ਤੋਂ ਬਾਅਦ ਹੋ ਗਿਆ ਤਾਂ 1 ਜਨਵਰੀ 1949 ਨੂੰ ਇਹਦਾ ਰਾਸ਼ਟਰੀਕਰਨ ਹੋ ਗਿਆ। ਇਹ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ। RBI ਦਾ ਪਹਿਲਾ ਮੁੱਖ ਦਫ਼ਤਰ, RBI ਦਾ ਇਸ ਸਮੇਂ ਮੁੱਖ ਦਫ਼ਤਰ ਹੈਗਾ ਜੀ ਮੁੰਬਈ। ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਕਲਕੱਤਾ ਸੀ, ਪਰ 1937 ਦੇ ਵਿੱਚ ਇਹ ਚੱਕ ਕੇ ਮੁੰਬਈ ਦੇ ਵਿੱਚ ਤਬਦੀਲ ਹੋ ਗਿਆ ਸੀ। ਸਾਰੇ ਫੈਕਟ ਤੁਹਾਨੂੰ ਯਾਦ ਹੋਣੇ ਚਾਹੀਦੇ ਆ, ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ ਇਹਦੇ ਵਿੱਚੋਂ। ਭਾਰਤ ਵਿੱਚ ਸਥਾਪਿਤ ਪਹਿਲਾ ਖੇਤਰੀ ਗ੍ਰਾਮੀਣ ਬੈਂਕ, ਫਸਟ RRB ਕਿਹੜਾ ਸੀਗਾ ਜੀ? ਗ੍ਰਾਮੀਣ ਬੈਂਕ, ਅਰਹੋਰਾ ਬੈਂਕ, ਪ੍ਰਥਮਾ ਗ੍ਰਾਮੀਣ ਬੈਂਕ, ਜਾਂ ਬੈਂਕ ਵਿਕਾਸ ਬੈਂਕ? ਦੱਸੋ। ਸੋ ਇਹਦਾ ਸਹੀ ਆਨਸਰ ਸੀ ਬਣਿਆ ਪ੍ਰਥਮਾ ਗ੍ਰਾਮੀਣ ਬੈਂਕ ਆ, ਜਿਹੜਾ ਕਿ ਪਹਿਲਾ ਆਪਣਾ ਖੇਤਰੀ ਗ੍ਰਾਮੀਣ ਬੈਂਕ ਸੀਗਾ। ਪਹਿਲਾ ਖੇਤਰੀ ਗ੍ਰਾਮੀਣ ਬੈਂਕ ਆ 2 ਅਕਤੂਬਰ 1975 ਨੂੰ ਸਥਾਪਿਤ ਹੋਇਆ ਸੀ ਜੀ। ਮੁਰਾਦਾਬਾਦ ਉੱਤਰ ਪ੍ਰਦੇਸ਼ ਦਾ ਪ੍ਰਥਮਾ ਬੈਂਕ ਦਾ ਪਹਿਲਾ RRB ਸੀ, ਠੀਕ ਹੈ, ਯਾਦ ਕਰ ਲਿਓ। ਇਹ ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਵਾ ਜੀ।
ਸੁਤੰਤਰਤਾ ਸੈਨਾਨੀ ਜਿਹੜੇ ਫਰੀडम फाइटर ਸੁਚੇਤਾ कृपलानी ने किस राज की पहली महिला मुख्य मंत्री सी। पहला क्वेश्चन का ये बनेगा कि पहली फस्ट वूमन चीफ मिनिस्टर कौन सी इंडिया की। तो ये सी जी अपनी सुचेता कृपलानी, इन्हों याद करो। तो ये आंध्रा प्रदेश की, उत्तर प्रदेश, गुजरात या राजस्थान। तो उत्तर प्रदेश के पहली वूमन चीफ मिनिस्टर बने सी ये सुचेता कृपलानी। नैक्सट चलते ठीक है जी। 1963 के सुचेता कृपलानी कांग्रेस उत्तर प्रदेश की मुख्य मंत्री बनी सी, जो कि देश की किसी भी औरत लिए पहली सी। ठीक है, मतलब पहली औरत सी। सरोजनी नायडू ने ਜਿਹੜੇ ਉਹ ਭਾਰਤੀ ਰਾਜ ਦੀ ਰਾਜਪਾਲ ਬਣਨ ਵਾਲੀ ਪਹਿਲੀ ਔਰਤ ਸੀ। ਠੀਕ ਹੈ, ਰਾਜਪਾਲ ਇੰਡੀਅਨ ਗਵਰਨਰ, ਫਸਟ ਗਵਰਨਰ ਪੁੱਛ ਲੈਣ ਤੁਹਾਨੂੰ ਕੌਣ ਆ, ਸਰੋਜਨੀ ਨਾਇਡੂ। ਫਸਟ ਚੀਫ ਮਿਨਿਸਟਰ, ਵੂਮਨ ਚੀਫ ਮਿਨਿਸਟਰ ਪੁੱਛ ਲੈਣ, ਸੁਚੇਤਾ कृपलानी। ਦੋਨੇ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਇਹ ਵੀ ਉੱਤਰ ਪ੍ਰਦੇਸ਼ ਦੇ ਬਣੇ ਸੀ, ਇਹ ਵੀ ਉੱਤਰ ਪ੍ਰਦੇਸ਼ ਦੇ ਬਣੇ ਸੀ। ਠੀਕ ਹੈ ਜੀ, ਇਹ ਤਾਂ ਤੁਹਾਨੂੰ ਯਾਦ ਕਰਨਾ ਬਹੁਤ ਸੌਖਾ ਹੋ ਜਾਏਗਾ। ਹੁਣ ਜੀ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਹਾਕੀ ਖਿਡਾਰਨ ਕੌਣ ਸੀ। ਰੀਨਾ ਖੋਖਰ, ਗੁਰਜੀਤ ਕੌਰ, ਰਾਣੀ ਰਾਮਪਾਲ ਨਾ ਲਿਲਿਮਾ ਮਿੰਸ। ਤਾਂ ਇਹ ਤੁਹਾਨੂੰ ਸਭ ਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਹੋਵੇਗਾ ਨਾ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੀ ਪਹਿਲੀ ਫੀਮੇਲ ਹਾਕੀ ਪਲੇਅਰ ਸੀ ਜੀ ਆਪਣੇ ਰਾਣੀ ਰਾਮਪਾਲ। ਨੈਕਸਟ ਚੱਲਦੇ ਹਾਂ ਜੀ। ਹੁਣ ਇਹਦੇ ਕਰਦੇ ਹਾਂ ਆਪਾਂ ਥੋੜਾ ਜਿਹਾ ਐਡੀਸ਼ਨਲ ਫੈਕਟ ਕਰਨ ਦੀ ਜ਼ਰੂਰਤ ਨਹੀਂ। ਠੀਕ ਹੈ ਜੀ, ਨੈਕਸਟ ਆਪਾਂ ਚੱਲਦੇ ਹਾਂ 16 ਨੰਬਰ ਕੁਐਸਚਨ ਦਾ। ਟੋਟਲ ਆਪਾਂ 20 ਕੁਐਸਚਨ ਕਰਨੇ ਨੇ, 16 ਤੇ ਆਪਾਂ ਆ ਚੁੱਕੇ ਹਾਂ। ਭਾਰਤ ਦੀ ਪਹਿਲੀ ਮਹਿਲਾ ਚੋਣ ਕਮਿਸ਼ਨਰ ਕੌਣ ਸੀ। ਫਸਟ ਵੂਮਨ ਇਲੈਕਸ਼ਨ ਕਮਿਸ਼ਨਰ ਇੰਡੀਆ ਦੀ। ਤਾਂ ਜੀ ਪ੍ਰਤਿਭਾ ਦੇਵੀ ਪਾਟਿਲ, VS ਰਾਮਾ ਦੇਵੀ ਜਾਂ ਰਾਜਕੁਮਾਰੀ ਅਮਰਤਾ ਕੌਰ ਜਾਂ ਰਾਮ ਦੇਵੀ ਮੀਰਾ ਕੁਮਾਰੀ। ਦੱਸੋ ਜੀ। ਸੋ ਇਹਦਾ ਸਹੀ ਆਨਸਰ ਬਣ ਰਿਹਾ ਵਾ ਜੀ ਸਾਡਾ VS ਰਾਮ ਦੇਵੀ, ਪਹਿਲੇ ਵੂਮਨ ਇਲੈਕਸ਼ਨ ਕਮਿਸ਼ਨਰ ਸੀ ਇੰਡੀਆ ਦੇ। ਜੇਕਰ ਸਾਨੂੰ ਪੁੱਛਿਆ ਜਾਵੇ ਕਿ ਪਹਿਲੇ ਇਲੈਕਸ਼ਨ ਕਮਿਸ਼ਨਰ ਕੌਣ ਸੀ, ਤਾਂ ਪਹਿਲੇ ਇਲੈਕਸ਼ਨ ਕਮਿਸ਼ਨਰ ਸੀਗੇ ਸੁਕੁਮਾਰ ਸੇਨ। ਠੀਕ ਹੈ ਜੀ, ਵੂਮਨ ਵੀ ਯਾਦ ਹੋਣੇ ਚਾਹੀਦੇ ਆ ਤੇ ਮੈਨ ਵੀ ਯਾਦ ਹੋਣੇ ਚਾਹੀਦੇ ਆ। 17 ਨੰਬਰ ਕੁਐਸਚਨ। 17 ਨੰਬਰ ਕੁਐਸਚਨ ਦੇ ਵਿੱਚ ਆ ਰਿਹਾ ਜੀ, ਮਿਸ ਵਰਲਡ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਪਹਿਲੀ ਭਾਰਤੀ ਕੌਣ ਸੀ ਜੀ। ਡਾਇਨਾ ਹੈਡਨ, ਰੀਟਾ ਫਰੀਆ, ਸੁਸ਼ਮਿਤਾ ਸੇਨ ਜਾਂ ਐਸ਼ਵਰਿਆ ਰਾਏ। ਬਹੁਤ 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 ਇੰਪੋਰਟੈਂਟ ਕੁਐਸਚਨ ਬਣਦਾ ਵਾ ਕਿ ਮਿਸ ਵਰਲਡ ਸਭ ਤੋਂ ਪਹਿਲਾਂ ਰੀਟਾ ਫਰੀਆ ਨੇ ਜਿੱਤਿਆ। PSS ਵੀ 2 ਵਾਰੀ ਇਹ ਕੁਐਸਚਨ ਪੁੱਛ ਚੁੱਕਿਆ ਵਾ, 2021 ਤੋਂ ਲੈ ਕੇ 2023 ਤੱਕ। ਨੈਕਸਟ ਚੱਲਦੇ ਹਾਂ ਜੀ। ਹੁਣ ਇਹਦੇ ਨਾਲ ਆਪਾਂ ਥੋੜਾ ਐਡੀਸ਼ਨਲ ਫੈਕਟ ਵੀ ਕਰ ਲਈਏ, ਕਿਉਂਕਿ ਇਹ ਕਲਾਸ ਦਾ ਫਾਇਦਾ ਹੀ ਤਾਂ ਵਾ ਜੇਕਰ ਆਪਾਂ ਨਾਲ ਦੀ ਨਾਲ ਐਡੀਸ਼ਨਲ ਫੈਕਟ ਕੀਤੇ। ਰੀਟਾ ਫਰੀਆ ਨੂੰ 1966 ਦੇ ਵਿੱਚ ਮਿਸ ਵਰਲਡ ਦਾ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਏਸ਼ੀਅਨ ਬਣੀ ਸੀ, ਸਾਰਿਆਂ ਦਾ ਦਿਲ ਤੇ ਰਾਜ ਕੀਤਾ ਸੀ। ਠੀਕ ਹੈ, ਸੁਸ਼ਮਿਤਾ ਸੇਨ। ਜੇਕਰ ਪੁੱਛਿਆ ਜਾਵੇ ਕਿ ਮਿਸ ਯੂਨੀਵਰਸ ਪਹਿਲੇ ਇੰਡੀਅਨ ਕੌਣ ਸੀ ਜਿਹਨੇ ਜਿੱਤਿਆ, ਸੁਸ਼ਮਿਤਾ ਸੇਨ ਨੇ ਜਿੱਤਿਆ। ਠੀਕ ਹੈ, ਇਹ ਮਿਸ ਵਰਲਡ ਰੀਟਾ ਫਰੀਆ ਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਪਹਿਲੇ ਮਿਸ ਇੰਡੀਆ ਕੌਣ ਸੀ, ਪਹਿਲੇ ਮਿਸ ਇੰਡੀਆ ਸੀਗਾ ਪ੍ਰਮਿਲਾ ਐਸਥਰ ਵਿਕਟੋਰੀਆ ਅਬਰਾਹਿਮ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਕਰ ਲਿਓ। 3 ਪੁਆਇੰਟ ਤੁਹਾਡੇ ਯਾਦ ਹੈ, 3 ਕੁਐਸਚਨ ਕਵਰ ਹੋ ਗਏ ਤੁਹਾਡੇ ਇੱਕ ਦੇ ਵਿੱਚ। ਆਜ਼ਾਦ ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ। ਫਸਟ ਡਿਫੈਂਸ ਮਿਨਿਸਟਰ ਕੌਣ ਸੀ ਇੰਡੀਪੈਂਡੈਂਟ ਇੰਡੀਆ ਦਾ। ਬਲਦੇਵ ਸਿੰਘ, ਜਵਾਹਰ ਲਾਲ ਨਹਿਰੂ, BR ਅੰਬੇਦਕਰ ਤੇ ਵਿਜੇ ਸ਼ੰਕਰ। ਤਾਂ ਇਹਦਾ ਬਿਲਕੁਲ ਸਹੀ ਆਨਸਰ ਬਣ ਰਿਹਾ ਜੀ, ਬਲਦੇਵ ਸਿੰਘ ਫਸਟ ਡਿਫੈਂਸ ਮਿਨਿਸਟਰ ਸੀ ਇੰਡੀਪੈਂਡੈਂਟ ਇੰਡੀਆ ਦੇ। ਹੁਣ ਪੇਪਰ ਦੇ ਵਿੱਚ ਕਈ ਵਾਰ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਵਾ ਕਿ ਫਸਟ ਐਜੂਕੇਸ਼ਨ ਮਿਨਿਸਟਰ ਕੌਣ ਹੈ। ਫਸਟ ਐਜੂਕੇਸ਼ਨ ਮਿਨਿਸਟਰ ਅਬੁਲ ਕਲਾਮ ਆਜ਼ਾਦ ਨੇ। ਠੀਕ ਹੈ, ਤਾਂ ਉਹਨਾਂ ਦਾ ਜਨਮ ਦਿਨ 11 ਨਵੰਬਰ ਨੂੰ ਉਹਨਾਂ ਨੂੰ ਜਨਮ ਹੋਇਆ ਸੀ, ਤਾਂ ਉਸ ਦਿਨ ਆਪਾਂ ਨੈਸ਼ਨਲ ਐਜੂਕੇਸ਼ਨ ਡੇ ਸੈਲੀਬ੍ਰੇਟ ਕਰਦੇ ਹਾਂ। ਇਹ ਵੀ ਯਾਦ ਹੋਣਾ ਚਾਹੀਦਾ ਜੀ। 19 ਨੰਬਰ ਕੁਐਸਚਨ। 19 ਨੰਬਰ ਕੁਐਸਚਨ ਦੇ ਪੁੱਛਿਆ ਜਾ ਰਿਹਾ ਕਿ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਕਿਹੜੀ ਹੈ। ਠੀਕ ਹੈ, ਜਿਹਨੂੰ ਕਿ ਪਹਿਲਾ ਆਲ ਇੰਡੀਆ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰਪਤੀ ਗੋਲਡ ਮੈਡਲ ਵਜੋਂ ਜਾਣੀ ਜਾਂਦੀ ਹੈ। ਸੋ ਸ਼ਾਮ ਜੀ ਆਈ ਜਾਂ ਸਾਡੇ ਨੈਕਸਟ ਆ ਗਿਆ ਜੀ ਰਾਜਾ ਹਰੀਸ਼ ਚੰਦਰਾ, ਮਦਰ ਇੰਡੀਆ ਜਾਂ 2 ਪੀਕਾ ਜੀ। ਸੋ ਇਹਦਾ ਸਹੀ ਆਨਸਰ ਬਣ ਰਿਹਾ ਵਾ ਜੀ ਸਾਡਾ ਕੋਲ ਸ਼ਾਮ ਜੀ ਆਈ, ਇੱਕ ਮਰਾਠੀ ਫਿਲਮ ਸੀ ਜਿਹਨੇ 1954 ਦੇ ਵਿੱਚ ਰਾਸ਼ਟਰੀ ਫਿਲਮ ਅਵਾਰਡ ਦੇ ਵਿੱਚ ਸਰਵੋਤਮ ਫਿਲਮ ਦਾ ਗੋਲਡਨ ਲੋਟਸ ਅਵਾਰਡ ਦਿੱਤਾ। ਪਹਿਲੀ ਫਿਲਮ ਇਹ ਸੀ ਮਰਾਠੀ ਫਿਲਮ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਪਹਿਲਾ ਨੈਸ਼ਨਲ ਜਿਹੜਾ ਪੁਰਸਕਾਰ ਆ, ਠੀਕ ਆ, ਨੈਸ਼ਨਲ ਅਵਾਰਡ ਵਾ, ਠੀਕ ਆ, ਪਹਿਲੀ ਹਿੰਦੀ ਫਿਲਮ ਕਿਹੜੀ ਸੀ। ਹਿੰਦੀ ਫਿਲਮ ਸੀਗੀ ਜੀ ਮਿਰਜ਼ਾ ਗਾਲਿਬ। ਪਹਿਲੇ ਐਕਟਰ ਸੀਗੇ ਜੀ ਉੱਤਮ ਕੁਮਾਰ, ਜਿਹਨੂੰ ਉਸ ਟਾਈਮ ਭਾਰਤ ਕਿਹਾ ਜਾਂਦਾ ਸੀ। ਫਸਟ ਐਕਟਰਸ ਸੀਗੇ ਜੀ ਨਰਗਿਸ ਦੱਤ, ਜਿਹਨੂੰ ਉਸ ਟਾਈਮ ਦੇ ਉੱਤੇ ਉਰਵਸ਼ੀ ਕਿਹਾ ਜਾਂਦਾ ਵਾ। 2 ਬੀਘਾ ਜ਼ਮੀਨ ਆ ਜਿਹੜੀ, ਉਹ ਫਿਲਮ ਵਾ ਸਭ ਤੋਂ ਵਧੀਆ ਫਿਲਮ ਲਈ ਫਿਲਮ ਫੇਅਰ ਪੁਰਸਕਾਰ। ਠੀਕ ਹੈ ਜੀ, ਉੱਪਰ ਨੈਸ਼ਨਲ ਅਵਾਰਡ ਅਲੱਗ ਤੋਂ ਆਏਗੀ, ਫਿਲਮ ਫੇਅਰ ਪੁਰਸਕਾਰ ਦਾ ਵੀ ਅਲੱਗ ਤੋਂ ਪੁੱਛਿਆ ਜਾਏਗਾ ਤੁਹਾਨੂੰ। ਤਾਂ ਇਹ 2 ਬੀਘਾ ਜ਼ਮੀਨ ਸੀਗੀ ਜਿਹੜੀ ਪਹਿਲੀ ਭਾਰਤੀ ਫਿਲਮ ਸੀ ਜਿਹਨੇ ਇਹ ਅਵਾਰਡ ਜਿੱਤਿਆ ਵਾ। ਠੀਕ ਆ, ਹੁਣ ਇਹਦੇ ਵਿੱਚ ਜੇਕਰ ਮੈਰਿਟ ਦੇ ਬੇਸ ਦੇ ਉੱਤੇ ਆਲ ਇੰਡੀਆ ਸਰਟੀਫਿਕੇਟ ਆਫ ਮੈਰਿਟ ਆਫ ਬੈਸਟ ਫੀਚਰ ਫਿਲਮ ਦਾ ਵੀ ਇਹਨੂੰ ਅਵਾਰਡ ਮਿਲਿਆ ਸੀਗਾ। ਪਹਿਲੇ ਡਾਇਰੈਕਟਰ ਕੌਣ ਸੀ ਜਿਹੜੇ ਫਿਲਮ ਫੇਅਰ ਦੇ, ਠੀਕ ਆ, ਫਿਲਮ ਫੇਅਰ ਦੀ ਗੱਲ ਹੋ ਰਹੀ ਆ। ਫਿਲਮ ਫੇਅਰ ਦੇ ਫਸਟ ਬੈਸਟ ਫਿਲਮ ਆਪਾਂ ਕਰਾਤੀ 2 ਬੀਘਾ ਜ਼ਮੀਨ। ਬੈਸਟ ਡਾਇਰੈਕਟਰ ਸੀਗੇ ਜੀ ਆਪਣਾ ਵਿਮਲ ਰੋਏ। ਬੈਸਟ ਐਕਟਰ ਕੌਣ ਸੀ, ਦਲੀਪ ਕੁਮਾਰ, ਦਾਗ ਫਿਲਮ ਲਈ ਇਹਨਾਂ ਨੂੰ ਦਿੱਤਾ ਸੀ। ਤੇ ਬੈਸਟ ਐਕਟਰੈਸ ਮੀਨਾ ਕੁਮਾਰੀ,
बैजू बाबरा। सो पेपर के सिनेमा के क्वेश्चन पूछे जाते हैं। नोबल पुरस्कार प्राप्त करने वाला पहला भारती कौन सी जी? ये बहुत इंपॉर्टेंट क्वेश्चन है। ये जोड़े एडिशनल फैक्ट ने वो तुसीं चंगी तरह याद करने ने। रविंद्रनाथ टैगोर, अमर्त्य सेन, इंदिरा गांधी या JRD टाटा? रविंद्रनाथ टैगोर पहले सीगे जिन्होंने कि नोबल पुरस्कार मिलिया सी इंडिया। हाँ जी, 1913 तो 2023 तक कुल 9 नोबल पुरस्कार जित चुके हैं। ठीक है, इंडियन नूं मिलिया जिहड़ा रविंद्रनाथ टैगोर नूं लिटरेचर च 1913 च मिलिया सी। CV रमन नूं फिजिक्स दे विच रमन इफैक्ट लई 1930 च मिलिया सी। हरगोबिंद खुराना नूं मैडिसन दे विच जेकर पूछा जाए किहनूं मिलिया 1968 च। बहुत इंपॉर्टेंट क्वेश्चन है, सारे दे सारे तुहाडे टिप्स ते होने चाहिए ने। ठीक है जी, स्क्रीनशॉट लै लिओ बेशक तुसीं इहदा। तां नैक्सट आ गया जी हरगोबिंद खुराना तो बाद आ गए साडे कोले मदर ट्रेसा जिन्हां नूं पीस प्राइज़ 1979 च मिलिया सी। S चंद्रशेखर इन्हां नूं जी फिजिक्स दे विच 1983 दे विच मिलिया सी। अमर्त्य सेन नूं इकनॉमिक्स दे विच मिलिया सी 1998 दे विच। ठीक है जी, V रामाकृष्णन नूं साडा कैमिस्ट्री दे विच 2009 दे विच मिलिया सी जी। कैलाश सिद्धार्थी नूं पीस दे विच 2014 दे विच मिलिया सी। अभिजीत बैनर्जी नूं इकनॉमिक्स दे विच 2019। सो ये सारा तुहानूं याद होना चाहिए। सो इहदा तुसीं स्क्रीनशॉट लै चुके हो, लै सकदे हो जी। सो नैक्सट अपने हुण जी 20 क्वेश्चन आपां तुहानूं करवा चुके हैं। तो 20 दे नाल जेकर तुसीं इहदे क्वेश्चनस की गिणती देखो तो बहुत क्वेश्चन ने जिहड़े कि तुहाडे इहदे नाल कवर हो चुके हैं। जेकर तुसीं इहनूं कंप्लीट डिटेल दे विच इह चीज़ां फस्ट इन इंडिया की एक आपां स्टैटिक GK की 1 नंबर क्लास लगाई हुई आ, यूट्यूब ते पई आ, ते उहदी PDF तुहानूं टैलीग्राम ते मिल सकदी आ। जेकर तुसीं उत्थों नहीं करनी तो लूशन की मैं तुहानूं एक बुक कहा वा येलो कलर की आउंदी आ। ठीक है जी, सो वो तुसीं बुक लै सकते हो, 200 रुपए की बुक होंदी, वो पिछे सारे ये फैक्ट दिते हुए हैं। जेकर तुसीं सारे दे सारे याद, पर ये आपां सिर्फ इंपॉर्टेंट लैके आए हैं जिहड़े कि पेपर दे विच ज़्यादा पूछे जाए। सो 20 क्वेश्चन के नाल तुहाडे 4-4 5-5 एक्स्ट्रा पॉइंट कवर हो के किन्ने क्वेश्चन तुहाडे कवर हो जाएगा। सो अद्धे घंटे दे विच तुसीं किन्ने लगभग 80 तो 100 क्वेश्चन तुसीं रिवाइज कर चुके हो। ठीक है, सो इनू चंगी तरह तुसीं करना। जदों इहदे सारे क्वेश्चन कंप्लीट हो जाएंगे A to Z तो इहदी PDF भी आपां तुहानूं लॉन्च कर देवांगे। ठीक है, सो यूट्यूब चैनल अपना जरूर सबसक्राइब करो जी, GK अकैडमी पंजाब। जेकर तुसीं नवें हो तो इहनूं क्लास नूं तुसीं वध तों वध शेयर करना, क्योंकि जेकर तुसीं ये क्लास नूं शेयर करोगे मैं भी तां ही उस दे उत्ते वर्क कर सकांगा। क्योंकि मैं खुद जॉब कर रहा, मैं गौरमेंट जॉब कर रहा, मैं तो मेरे को बहुत लिमिटेड टाइम हुंदा। पर बहुत सारे दोस्तों के मैसेज आते रहते हैं लगातार कि यूट्यूब के उत्ते एक अद्धी क्लास लगा दिया करो हफ्ते बाद 10 दिन बाद। सो एक हफ्ते बाद इसलिए आप इसका नाम संडे एक्सप्रैस रखा वा कि संडे नूं ही मेरे को शनिवार एतवार टाइम होंदा, संडे नूं ही मैं ये क्लास तैयार करके तुहानूं देवांगा। सो मेरी भी एक अद्धी 1-2 छुट्टियां होंदियां ने, वो भी मैं एक तरह नाल तुसीं लगा लो कि खराब कर दियां ने। जेकर तुसीं उहनूं वीडियो नूं नहीं देखोगे, लाइक नहीं करोगे, शेयर नहीं करोगे तो मेरा खुद का मोटिवेशन नहीं आएगी, है ना बई मैनूं की लोड़ आ इन्नी ज़्यादा मेहनत करन दी, है ना। सो थोड़ा जिहा तुसीं इहदे बारे जरूर सोचना। ठीक है जी, शेयर करना, लाइक करना, जेकर नहीं भी वधिया लगे तो डिसलाइक करना या कोई तुहानूं सजैशन देनी आ तुसीं कि हाँ जी इहदे विच इह चीज़ कर लो तो तुसीं सजैशन आपां नूं दे सकदे हो। ठीक है जी, PDF तुहानूं मैं पहलां ही कहा सी कि नहीं इहदी मिलेगी तुहानूं, ये तुहानूं यूट्यूब ते ही देखनी पेगी। सो जो पूरे कंप्लीट हो जाएगी, आप इस तरह नहीं कहते बिल्कुल नहीं मिलनी, जो ये पूरे क्वेश्चन कंप्लीट हो जाएंगे तो PDF मिल जाएगी। सो जेकर तुसी थ्योरी फ्री दे विच आपां तुहानूं करवाई हुई आ, 2000 क्वेश्चन आपां तुहानूं टैलीग्राम ते करवाए हुए ने, जिहड़े कि टैसट वजों करवाए हुए ने, वो तुसी टैसट ला सकते हो। सबसक्राइब, लाइक, कमेंट ते शेयर जरूर करो जी। PDF लई तुसी अपना टैलीग्राम चैनल ज्वाइन कर सकते हो। ठीक है, GK अकैडमी पंजाब। तो WhatsApp कॉन्टैक्ट जेकर तुसी एक GK दे आपां 500 MCQ की सीरीज़ लॉन्च की सी, जेकर तुसी वो परचेज करना चाहुंदे हो तो 100 रुपीज़ उसका प्राइज़ है, जिस 300 क्वेश्चन GK दे ते 200 क्वेश्चन पंजाब GK दे आ, वो तुसी परचेज कर सकते हो अगले पेपर लई। ठीक है जी, WhatsApp ते उत्ते तुसी मैसेज करना। कोई होर भी क्वेरी आ तुहाडी तां तुसी 7986629382 के उत्ते WhatsApp मैसेज कर सकते हो। ठीक है, टैलीग्राम चैनल जरूर अपना ज्वाइन करना, क्योंकि सारियां PDFs फ्री दे विच ते MCQ उहदे उत्ते ही करवाए जांदे। ते यूट्यूब चैनल नूं अपने नूं वध तों वध शेयर करना। हुण अपनी अगली क्लास होएगी जी, अगली क्लास आपां करांगे जी नैक्सट संडे अपनी क्लास होएगी, उहदे विच स्पोर्ट्स दे आपां इस तरह 20-25 क्वेश्चन लैके आवांगे ते नाल एक्स्ट्रा फैक्ट करके 80 तो 100 क्वेश्चन तुहाडे 30 मिनट दे विच करवा के जावांगे। ठीक है जी, धन्नवाद जी।